ਭਿੰਡਰਾਂ ਵਾਲੇ ਦਾ ਕੋਈ ਕਨੈਕਸ਼ਨ, ਕੋਈ ਸੋਚ ਸਿੱਧੂ ਮੂਸੇਵਾਲਾ ਮਿਲਦੀ ਸੀ ਕਿ ਨਹੀਂ ਮਿਲਦੀ ਸੀ, ਇਹ ਇੱਕ ਖੁਲਾਸੇ ਅਸੀਂ ਤੁਹਾਡੇ ਕੋਲ ਕਰਨ ਜਾ ਰਹੇ ਹਾਂ। ਸੋ ਸਾਡੇ ਨਾਲ ਸ਼ਖਸ ਮੌਜੂਦ ਹੈ ਜਿਹਨੇ ਸਭ ਤੋਂ ਪਹਿਲਾਂ ਗੋਲੀ ਦੀ ਆਵਾਜ਼ ਸੁਣੀ ਸੀ। ਭਿੰਡਰਾਂ ਵਾਲੇ ਦਾ ਟੈਟੂ ਸਿੱਧੂ ਮੂਸੇਵਾਲਾ ਦੇ ਮੋਢਿਆਂ ਤੇ ਸੀ, ਕੀ ਇਹ ਸੱਚ ਹੈ? ਉਹਨਾਂ ਨੇ ਮੈਨੂੰ ਆਪ ਦਿਖਾਇਆ ਵੀ ਸੰਤ ਭਿੰਡਰਾਂ ਦੀ ਫੋਟੋ, ਤੇ ਮੈਂ ਸੰਤ ਭਿੰਡਰਾਂ ਦਾ ਫੈਨ ਹੈ ਤੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ। ਫਿਰ ਕਿੱਦਾਂ ਤੁਸੀਂ ਦੇਖਦੇ ਹੋ ਕਾਂਗਰਸ ਦੀ ਟਿਕਟ ਲੈ ਗਏ ਤੇ ਚੋਣ ਲੜਨ ਲੱਗ ਗਏ ਸੀ? ਚਲੋ ਐਂ ਸੀ ਜੀ, ਬੱਚਾ ਸੀਗਾ, ਹੋ ਜਾਂਦੀਆਂ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ। ਤੇ ਸਿੱਧੂ ਮੂਸੇਵਾਲੇ ਨੇ ਕਿਹਾ ਜੀ ਬਾਪੂ ਜੀ ਮੇਰੇ ਘਰ ਆਇਓ ਤੇ ਮੈਂ ਇਤਕੀ ਜੀਵਨੀ ਚੋਣ ਤੇ ਤੁਹਾਡੀ ਮੈਂ ਸਪੋਰਟ ਕਰਨੀ ਹੈ ਸੰਗਰੂਰ ਦੀ। ਤੇ ਮਾਨ ਸਾਹਿਬ ਬੋਲੇ, ਕਹਿੰਦਾ ਵੀ ਬਾਪੂ ਦਾ ਅੱਜ ਘਰੇ ਆ ਗਿਆ ਤੇ ਪੁੱਤਰ ਚੱਲਿਆ। ਨਾ ਕਦੀ ਉਹਨਾਂ ਨੇ ਆਪਣੇ ਗੀਤਾਂ 'ਚ ਸਿੱਧੇ ਤੌਰ ਤੇ ਕਹੀ ਸੀ ਕਿ ਮੈਂ ਭਿੰਡਰਾਂ ਦਾ ਸਮਰਥਕ ਹਾਂ ਜਾਂ ਭਿੰਡਰਾਂ ਵਾਲ ਦੀ ਸੋਚ ਨੂੰ ਮੈਂ ਸਲਾਮ ਕਰਦਾ। ਸਰਕਾਰ ਦੀ ਤੁਹਾਨੂੰ ਨਲਾਇਕੀ ਲੱਗਦੀ ਹੈ, ਸਰਕਾਰ ਦੀ ਸਾਜ਼ਿਸ਼ ਲੱਗਦੀ ਹੈ? ਸਾਜ਼ਿਸ਼ ਵੀ ਲੱਗਦੀ ਜੀ, ਨਲਾਇਕੀ ਵੀ ਲੱਗਦੀ ਹੈ। 11 ਤਰੀਕ ਨੂੰ ਇਹਦਾ ਜਨਮ ਦਿਨ ਸੀ, 29ਵੇਂ ਸਾਲ 'ਚ ਜਾਣਾ ਸੀਗਾ ਤੇ ਗਾਹਾਲੇ ਮਹੀਨੇ ਇਹਦਾ ਵਿਆਹ ਧਰਿਆ ਹੋਇਆ ਸੀਗਾ। ਖਾਲਸ ਦਾ ਮਤਲਬ ਸੰਤ ਭਿੰਡਰਾਂ ਦੇ ਕਰਨ ਲੱਗ ਗਈ, ਜਾਗਰੂਕ ਗੱਲਾਂ ਕਰਨ ਲੱਗ ਗਈ, ਮਤਲਬ ਉਸ ਤਰ੍ਹਾਂ ਫਿਰ ਸਰਕਾਰ ਨੂੰ ਅੱਖ 'ਚ ਰੜਕਣ ਲੱਗ ਗਈ। ਉਦੋਂ ਦੇਖ ਰਹੇ ਸੀ ਤੁਸੀਂ ਬਚਪਨ ਤੋਂ ਮੈਂ ਉਸ ਪਰਿਵਾਰ ਨੂੰ ਬਹੁਤ ਨੇੜਿਓਂ ਜਾਣਦਾ। ਬਚਪਨ ਬਲਕੌਰ ਸਿੰਘ ਹੋਣਾ, ਬਲਕਾਰ ਸਿੰਘ। ਕੇਜਰੀਵਾਲ ਜਿਵੇਂ ਕਹੂਗਾ ਉਵੇਂ ਭਗਵੰਤ ਮਾਨ ਚੱਲੂਗਾ ਜੀ। ਜੇ ਸਰਕਾਰ ਕਰਨ ਤੇ ਆਵੇ ਤੇ ਸਰਕਾਰ ਕੀ ਨਹੀਂ ਕਰ ਸਕਦੀ? ਪੰਜਾਬ ਪੁਲਿਸ ਨੂੰ ਲੱਗਦਾ ਇਨਸਾਫ ਦੀ ਸਹੀ ਇਨਸਾਫ ਦੇ ਪਾਊਗੀ ਬਲਕੌਰ ਸਿੰਘ ਉਹਨਾਂ ਨੂੰ, ਚਰਨ ਕੌਰ ਉਹਨਾਂ ਨੂੰ? ਪੁਲਿਸ ਨੇ ਜੇ ਕਰਨਾ ਹੁੰਦਾ ਐਵੇਂ ਜੈਂਟਲੀ ਉਹਨਾਂ ਨੇ ਵਾਇਰਲੈਸ ਆਪਰੇਟਰ ਤੋਂ ਵਾਇਰਲੈਸ ਕਰਾ ਕੇ ਨਾਕੇਬੰਦੀ ਕਰਾਉਣੀ ਸੀ। ਮੇਰੇ ਖਿਆਲ ਤਾਂ ਫਿਰ ਨਰਿੰਦਰਪੁਰਾ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਸੀ ਉਹ ਗੱਡੀ ਉਹਨਾਂ ਦੀ। ਬਿਲਕੁਲ ਪਹਿਲੇ ਹੀ ਫੜੇ ਜਾਂਦੇ ਜੀ ਬੰਦੇ, ਪਹਿਲੇ ਹੀ ਫੜੇ ਜਾਂਦੇ। ਮਤਲਬ ਉੱਥੋਂ 6-7 ਮਿੰਟਾਂ 'ਚ ਇਹ ਕੰਮ ਕਰਕੇ ਲੰਘੇ ਤੇ ਪੁਲਿਸ ਮਤਲਬ ਬਹੁਤ ਕੁਛ ਕਰ ਸਕਦੀ ਹੈ ਜੇ ਪੁਲਿਸ ਨੇ ਨਾਕੇ ਲਵਾਤੇ ਹੁੰਦੇ, ਗੱਡੀਆਂ ਫੜੀਆਂ ਜਾਂਦੀਆਂ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਸਭ ਜਾਣਦੇ ਨੇ 2 ਦਿਨ ਬਾਅਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਭੋਗ ਪਵੇਗਾ। ਨਿਤ ਨਵੀਂ ਘਟਨਾ, ਨਿਤ ਨਵੀਂ ਖਬਰ ਇਸ ਮਾਮਲੇ ਨੂੰ ਲੈ ਕੇ ਰੋਜ਼ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਤੇ ਕਹਿ ਲਈ ਆਪਾਂ ਬੜਾ ਵੱਡਾ ਇੱਕ ਚੈਲੰਜ ਹੈ, ਚੁਣੌਤੀ ਹੈ, ਦਬਾਅ ਹੈ ਕਿ ਜਲਦੀ ਜਲਦੀ ਉਹਦੇ ਕਾਤਲ ਸਲਾਖਾਂ ਪਿੱਛੇ ਹੋਣ। ਇੱਕ ਨਵੀਂ ਗੱਲ ਜਿਹੜੀ ਉੱਠੀ ਸੀਗੀ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਪਹਿਲਾਂ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਸਰਪ੍ਰਸਤ ਨੇ, ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਦੇ, ਉਹਨਾਂ ਨਾਲ ਸਿੱਧੂ ਮੂਸੇਵਾਲੇ ਦੀ ਗੱਲਬਾਤ ਹੋਈ ਸੀਗੀ। ਤੇ ਭਿੰਡਰਾਂ ਵਾਲੇ ਦਾ ਕੋਈ ਕਨੈਕਸ਼ਨ, ਕੋਈ ਸੋਚ ਸਿੱਧੂ ਮੂਸੇਵਾਲੇ ਨਾਲ ਮਿਲਦੀ ਸੀ ਕਿ ਨਹੀਂ ਮਿਲਦੀ ਸੀ, ਇਹ ਇੱਕ ਖੁਲਾਸੇ ਅਸੀਂ ਤੁਹਾਡੇ ਕੋਲ ਕਰਨ ਜਾ ਰਹੇ ਹਾਂ। ਦੁਨੀਆ ਭਰ ਤੋਂ ਸਕਰੋਲ ਪੰਜਾਬ ਦੇ ਦਰਸ਼ਕ ਜਿਹੜੇ ਲਾਈਵ ਜੁੜ ਰਹੇ ਨੇ ਦੱਸਣ ਜਾ ਰਹੇ ਹਾਂ। ਸੋ ਸਾਡੇ ਨਾਲ ਪਿੰਡ ਜਵਾਹਰ ਕੇ ਚਰਚਾ ਦੇ ਵਿੱਚ ਆ ਚੁੱਕਿਆ। ਪਿੰਡ ਜਵਾਹਰ ਕੇ ਉਹ ਪਿੰਡ ਹੈ ਜਿੱਥੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਗਈਆਂ ਸੀ। ਸੋ ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜਿਹਨੇ ਸਭ ਤੋਂ ਪਹਿਲਾਂ ਗੋਲੀ ਦੀ ਆਵਾਜ਼ ਸੁਣੀ ਸੀ। ਉਸੇ ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਜਵਾਹਰ ਕੇ ਸਾਡੇ ਨਾਲ ਨੇ ਤੇ ਨਾਲ ਹੀ ਮੂਸੇ ਦੇ ਪਿੰਡ ਦੇ ਨਾਲ ਦੇ ਅਰਮਦਿੱਤ ਵਾਲਾ ਦੇ ਪਵਨ ਸਿੰਘ ਵੀ ਸਾਡੇ ਨਾਲ ਨੇ। ਇਹਨਾਂ ਨਾਲ ਕੁਝ ਗੱਲਬਾਤ ਕਰਾਂਗੇ। ਸੋ ਸਰਦਾਰ ਰਜਿੰਦਰ ਸਿੰਘ ਜੀ, ਪਹਿਲਾ ਸਵਾਲ ਹੀ ਆ ਰਿਹਾ ਮਨ 'ਚ ਕਿ ਜਿਹੜੀ ਗੱਲ ਉੱਠ ਕੇ ਸਾਹਮਣੇ ਆ ਰਹੀ ਹੈ ਕਿ ਭਿੰਡਰਾਂ ਵਾਲੇ ਦਾ ਟੈਟੂ ਸਿੱਧੂ ਮੂਸੇਵਾਲਾ ਦੇ ਮੋਢਿਆਂ ਤੇ ਸੀ, ਕੀ ਇਹ ਸੱਚ ਹੈ? ਬਿਲਕੁਲ ਜੀ, ਮੈਂ ਵਿਧਾਨ ਸਭਾ ਦੀ ਚੋਣ ਲੜਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਜਦੋਂ ਵੋਟਿੰਗ ਪੈ ਗਈ ਉਦੋਂ ਬਾਅਦ 'ਚ ਮੈਂ ਸਿੱਧੂ ਮੂਸੇਵਾਲੇ ਦੇ ਘਰ ਗਿਆ, ਹਵੇਲੀ 'ਚ। ਉਦੋਂ ਰਿਹਾਇਸ਼ ਨਹੀਂ ਸੀਗੀ, ਅਸੀਂ ਬੈਠੇ ਸੀ। ਉਹਨਾਂ ਨੇ ਮੈਨੂੰ ਆਪ ਦਿਖਾਇਆ ਵੀ ਸੰਤ ਭਿੰਡਰਾਂ ਦੀ ਫੋਟੋ, ਤੇ ਮੈਂ ਸੰਤ ਭਿੰਡਰਾਂ ਦਾ ਫੈਨ ਹੈ ਤੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਣਾ ਜੀ। ਅੱਛਾ, ਉਹਨਾਂ ਤੁਹਾਡੇ ਨਾਲ ਗੱਲ ਕੀਤੀ ਸੀ? ਬਿਲਕੁਲ ਜੀ, ਬਿਲਕੁਲ। ਤੇ ਫਿਰ ਕਿੱਦਾਂ ਤੁਸੀਂ ਦੇਖਦੇ ਹੋ ਕਾਂਗਰਸ ਦੀ ਟਿਕਟ ਲੈ ਗਏ ਤੇ ਚੋਣ ਲੜਨ ਲੱਗ ਗਏ ਸੀਗੇ? ਚਲੋ ਕਈ ਵਾਰ ਬੱਚਾ ਸੀਗਾ, ਮਜਬੂਰੀਆਂ ਹੋ ਜਾਂਦੀਆਂ ਜੀ, ਟਿਕਟ ਲੈ ਲਈ। ਤੇ ਵੈਸੇ ਤਾਂ ਉਹ ਮੈਨੂੰ ਆਪ ਦੱਸਿਆ ਉਹਨੇ ਵੀ ਜੇ ਇੱਕੋ ਇੱਕ ਸੱਚਾ ਲੀਡਰ ਤਾਂ ਸਿਮਰਨਜੀਤ ਸਿੰਘ ਮਾਨ ਹੈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦਾ ਮੈਂ ਫੈਨ ਹੈ। ਅੱਛਾ, ਕੀ ਲੱਗਦਾ ਵੀ ਮਤਲਬ ਤੁਹਾਨੂੰ ਲੱਗਿਆ ਉਹਦੀ ਗੱਲਾਂ ਬਾਤਾਂ ਸਿੱਧੂ ਦੀਆਂ ਕਿ ਉਹ ਗਲਤੀ ਕਰ ਗਿਆ ਸੀ ਟਿਕਟ ਕਾਂਗਰਸ ਦੀ ਲੈ ਕੇ ਲੜਨ ਲੱਗਿਆ? ਚਲੋ ਐਂ ਸੀ ਜੀ, ਬੱਚਾ ਸੀਗਾ, ਹੋ ਜਾਂਦੀਆਂ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ। ਵੈਸੇ ਉਹਦੀ ਸੋਚ ਹੀ ਸੰਤ ਰਾਜਨੀਤਿਕ ਤਜਰਬਾ ਹੈ ਨਹੀਂ ਸੀ? ਹਾਂ, ਨਹੀਂ ਸੀ ਜੀ ਇੰਨਾ। ਅੱਛਾ, ਤੇ ਉਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਦੋਂ ਮਾਨ ਸਾਹਿਬ ਦੀ ਆਪਣਾ ਗੱਲਬਾਤ ਹੋਈ ਸਿੱਧੂ ਨਾਲ, ਤੁਸੀਂ ਉਹ ਵਿੱਚ ਮੌਜੂਦ ਸੀ ਜਿੱਦਣ ਉਹ ਫੋਨ ਤੇ ਗੱਲਬਾਤ ਹੋ ਰਹੀ ਸੀ, ਇਹ ਸਾਰਾ ਘਟਨਾਕ੍ਰਮ ਕਿੱਦਾਂ ਬਣਿਆ ਸੀਗਾ? ਬਿਲਕੁਲ ਜੀ, ਜਸਕਰਨ ਸਿੰਘ ਵਾਲਾ ਤੇ ਮੈਂ ਤੇ ਆਪਣਾ ਪਵਨ ਜੀ, ਅਸੀਂ ਸਾਰੇ ਨਾਲ ਸੀ। ਤੇ ਜਸਕਰਨ ਸਿੰਘ ਜੀ ਨੇ ਆਪਦੇ ਫੋਨ ਤੋਂ ਗੱਲ ਕਰਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ। ਤੇ ਸਿੱਧੂ ਮੂਸੇਵਾਲੇ ਨੇ ਕਿਹਾ ਜੀ ਬਾਪੂ ਜੀ ਮੇਰੇ ਘਰ ਆਇਓ ਤੇ ਮੈਂ ਇਤਕੀ ਜੀਵਨੀ ਚੋਣ ਤੇ ਤੁਹਾਡੀ ਮੈਂ ਸਪੋਰਟ ਕਰਨੀ ਹੈ ਸੰਗਰੂਰ ਤੇ ਬਾਪੂ ਜੀ ਮੇਰੇ ਘਰ ਆ ਕੇ ਜਾਇਓ। ਪਰ ਲੇਕਿਨ 2 ਦਿਨਾਂ ਬਾਅਦ, ਪਹਿਲਾਂ 2 ਦਿਨ ਪਹਿਲਾਂ ਸਿਕਿਉਰਿਟੀ ਵਾਪਸ ਲੈਤੀ ਹੈ ਤੇ 2 ਦਿਨ ਪਹਿਲਾਂ ਮਾਨ ਸਾਹਿਬ ਨਾਲ ਗੱਲ ਹੋਈ ਹੈ ਤੇ ਫਿਰ ਉਦੋਂ ਬਾਅਦ ਦੇ ਵਿੱਚ ਉਹਦਾ ਕਤਲ ਹੋ ਗਿਆ ਜੀ।
ਤੇ ਸਿਮਰਨਜੀਤ ਮਾਨ ਉਸ ਦਿਨ ਆਏ ਤੇ ਮਾਨ ਸਾਹਿਬ ਬੋਲੇ, ਕਹਿੰਦਾ ਵੀ ਬਾਪੂ ਦਾ ਅੱਜ ਘਰੇ ਆ ਗਿਆ ਤੇ ਪੁੱਤਰ ਚਲਿਆ ਗਿਆ। ਤੁਸੀਂ ਉੱਥੇ ਹਾਜ਼ਰ ਸੀ ਉਸ ਵੇਲੇ? ਹਾਜ਼ਰ ਸੀ ਜੀ, ਹਾਜ਼ਰ ਵਿੱਚ ਸੀ ਮੈਂ। ਅੱਛਾ, ਅੱਜ ਤੱਕ ਇਹ ਗੱਲ ਖੁੱਲ ਕੇ ਸਾਹਮਣੇ ਆ ਨਹੀਂ ਸਕੀ ਸੀ ਨਾ ਕਦੀ ਉਹਨਾਂ ਨੇ ਆਪਣੇ ਗੀਤਾਂ 'ਚ ਸਿੱਧੇ ਤੌਰ ਤੇ ਕਹੀ ਸੀ ਕਿ ਮੈਂ ਭਿੰਡਰਾਂਵਾਲ ਦਾ ਸਮਰਥਕ ਹਾਂ ਜਾਂ ਭਿੰਡਰਾਂਵਾਲ ਦੀ ਸੋਚ ਨੂੰ ਮੈਂ ਸਲਾਮ ਕਰਦਾ ਜਾਂ ਮਾਨ ਉਹਨਾਂ ਦੀ ਜਿਹੜੇ ਹੈਗੇ ਨੇ ਇੱਕੋ ਇੱਕ ਸੱਚੇ ਲੀਡਰ ਨੇ। ਅੱਜ ਤੱਕ ਕਦੀ ਗੱਲ ਇਹ ਖੁੱਲ ਕੇ ਕਿਉਂ ਨਹੀਂ ਸਵੀਕਾਰੀ ਸਿੱਧੂ ਨੇ? ਕੀ ਸੋਚਦੇ ਹੋ? ਉਹ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਬੱਚਾ ਸੀ, ਜਿਹੜੇ ਗਾਣੇ ਲਿਖਦਾ ਸੀ ਉਹ ਗਾਣੇ ਵੀ ਆਪਦੀ ਕੁੜੀ ਬਣਾਉਂਦਾ ਸੀਗਾ ਜੀ। ਅਸੀਂ ਮੈਂ ਤੇ ਪਵਨ ਬੈਠੇ ਜੀ, ਅਸੀਂ ਜਦੋਂ ਇਹਦੇ ਰਵੇ ਗਏ, ਅਸੀਂ ਖੇਤ ਦੇ ਵਿੱਚ ਕਰਾਹ ਲਾਈ ਜਾਂਦਾ, ਉਹਦੇ ਤਾਂ ਮਨ 'ਚ ਹੀ ਨਹੀਂ ਸੀ ਇਹੋ ਜਿਹੀ ਗੱਲ ਵੀ ਮੈਨੂੰ ਐਂ ਹੋ ਜਾਊਗਾ ਮੈਂ ਜੀ। ਮਤਲਬ ਪਹਿਲਾਂ ਜਿਹੜੇ ਗਾਣੇ ਲਿਖੇ ਨੇ ਸਾਰੇ, ਉਹਨੇ ਗਾਣਾ ਜਾਂ ਬਵੀਹਾ ਲਿਖਿਆ ਤੇ ਸਾਰੇ ਲਿਖਿਆ। ਮਰਨ ਤੋਂ ਪਹਿਲਾਂ ਇੱਕ ਗਾਣਾ ਹੋਰ ਹੀ ਲਿਖ ਗਿਆ ਜੀ ਆਪਦਾ, ਵੀ ਜਿਵੇਂ ਬੰਦੇ ਨੂੰ ਪਤਾ ਹੁੰਦਾ ਹੈਗਾ ਵੀ ਮੈਂ ਇੱਥੇ ਨਹੀਂ ਰਹਿਣਾ, ਹੈ ਨਾ ਜੀ, ਉਹੀ ਜੀ। ਸੋ ਕੀ ਦੇਖਦੇ ਹੋ ਸਾਰੇ ਘਟਨਾਕ੍ਰਮ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਅਸੀਂ ਤਾਂ ਕਹਿੰਦੇ ਜੀ ਇਹ ਸਰਕਾਰ ਦੀ ਲਲੇਕੀ ਦੇ ਕਾਰਨ ਹੀ ਮਾਰਿਆ ਗਿਆ। ਸਰਕਾਰਾਂ ਹਰੇਕ ਬੰਦੇ ਨੂੰ ਇੱਕ ਧਾਗੇ ਦੇ ਵਿੱਚ ਪਰੋਂਦੀਆਂ, ਉਹਦਾ ਕੱਦ ਨਹੀਂ ਦੇਖਦੇ ਵੀ ਇਹਦਾ ਕੱਦ ਕੀ ਹੈ। ਸਿੱਧੂ ਮੂਸੇਵਾਲੇ ਦਾ ਕੱਦ ਬਹੁਤ ਵੱਡਾ ਸੀਗਾ, ਗਾਣੇ ਕਾਫੀ ਕੱਢਤੇ ਸੀਗੇ, ਇਲੈਕਸ਼ਨ ਲੜ ਲਈ ਸੀਗੀ, ਪਰ ਉਹਦੀ ਸਿਕਿਉਰਿਟੀ ਵਾਪਸ ਨਹੀਂ ਲੈਣੀ ਚਾਹੀਦੀ, ਉਹਦੀ ਸਿਕਿਉਰਿਟੀ ਸਮਾਂ ਹੋਰ ਦੇਣੀ ਸੀ ਉਹਨੂੰ। ਸਰਕਾਰ ਦੀ ਤੁਹਾਨੂੰ ਨਲਾਇਕੀ ਲੱਗਦੀ ਹੈ, ਸਰਕਾਰ ਦੀ ਸਾਜ਼ਿਸ਼ ਲੱਗਦੀ ਹੈ? ਸਾਜ਼ਿਸ਼ ਵੀ ਲੱਗਦੀ ਹੈ ਜੀ, ਲਲੇਕੀ ਵੀ ਲੱਗਦੀ ਹੈ। ਸਾਜ਼ਿਸ਼ ਇਹ ਲੱਗਦੀ ਹੈ ਕਿ ਵੀ ਮਤਲਬ ਗਨਮੈਨ ਵਾਪਸ ਲੈ ਕੇ ਪ੍ਰੀਪਲੈਨ ਉਹਨੂੰ ਓਪਨ ਕਿਉਂ ਕੀਤਾ ਜੀ? ਜਦੋਂ ਗਨਮੈਨ ਵਾਪਸ ਹੀ ਲੈ ਲਏ, ਮੰਨ ਲਓ ਉਹਦਾ ਫਿਰ ਓਪਨ ਵੀ ਨਹੀਂ ਕਰਨਾ ਚਾਹੀਦਾ ਸੀਗਾ। ਫਿਰ ਇਹਨਾਂ ਨੇ ਇਹ ਵੀ ਦੇਖਣਾ ਸੀ, ਮੈਂ ਤਾਂ ਇਹ ਮੰਨਦਾ ਸੀਗਾ ਵੀ ਮਾਨਸਾ ਜ਼ਿਲ੍ਹੇ ਦੀ ਸ਼ਾਨ ਉਹ ਬਸ ਆਲ ਇੰਡੀਆ ਦੀ ਸ਼ਾਨ ਮਾਰਤੀ ਜੀ ਮਤਲਬ। ਅੱਛਾ, ਕੀ ਲੱਗਦਾ ਤੁਹਾਨੂੰ ਫਿਰ ਕਿ ਆਪਣੇ ਸਿੱਧੂ ਦੀ ਹੱਤਿਆ ਦੀ ਵਜ੍ਹਾ ਉਹਦੇ ਗੀਤ ਰਹੇ ਨੇ ਜਾਂ ਕੁਝ ਹੋਰ? ਨਹੀਂ ਜੀ, ਉਹ ਅਸਲ ਗੀਤ ਵੀ ਵਧੀਆ ਗਾਏ ਜਾਂ ਕਹੀਏ ਆਪਾਂ ਪੰਜਾਬ ਦੇ ਹੱਕ ਦੀ ਗੱਲ ਕਰਨ ਲੱਗ ਗਿਆ ਸੀ, ਪੰਜਾਬ ਨੂੰ, ਸੁੱਤੇ ਪੰਜਾਬ ਨੂੰ ਜਗਾਉਣ ਦੀ ਗੱਲ ਕਰਨ ਲੱਗ ਗਿਆ ਸੀ। ਹਾਂ ਬਿਲਕੁਲ, ਇਹ 'ਚ ਕੋਈ ਦੋਰਾ ਨਹੀਂ ਜੀ। ਨੌਜਵਾਨੀ ਨੂੰ ਉਹਨੇ ਪੂਰਾ ਵਧੀਆ ਜਗਾ ਲਿਆ ਸੀਗਾ, ਬਹੁਤ ਵਧੀਆ ਗੱਲਾਂ ਕੀਤੀਆਂ ਜੀ ਤੇ ਗਾਣੇ ਵੀ ਵਧੀਆ ਗਾਏ ਨੇ ਤੇ ਮਤਲਬ ਇਹੀ ਉਹਦਾ ਕਾਰਨ ਹੀ ਬਣ ਗਿਆ ਮਤਲਬ ਇਹ ਚੀਜ਼। ਮਤਲਬ ਆਪਾਂ ਕਹੀਏ ਜਿੱਦਾਂ ਹਥਿਆਰਾਂ ਵਾਲੇ ਗਾਣੇ ਤਾਂ ਕਈ ਗਾਇਕ ਹੋਣਗੇ ਜਿਹੜੇ ਗਾਉਂਦੇ ਆ, ਹੋਰ ਵੀ ਉਹਦੇ ਰੰਨ ਗਾਏ ਨਹੀਂ, ਹੋਰ ਵੀ ਬਹੁਤ ਨੇ ਗਾਏ ਨੇ ਤੇ ਪਰ ਇੱਕ ਗੱਲ ਹੈ ਜੀ, ਮਾਨਸਾ ਨੂੰ ਦੂਰ ਦਰਾਡੇ ਕੋਈ ਜਾਣਦਾ ਨਹੀਂ ਸੀ। ਜਦੋਂ ਕਹਿੰਦੇ ਸੀ ਸਿੱਧੂ ਮੂਸੇਵਾਲੇ ਨਾਂ ਤੇ ਮਾਨਸਾ ਨੂੰ ਜਾਣਨ ਲੱਗ ਗਈ ਸੀ ਦੁਨੀਆ। ਆ ਗਾਇਕ ਤਾਂ ਇੱਥੋਂ ਹੋਰ ਵੀ ਹੋਏ ਨੇ, ਕੁਲਵਿੰਦਰ ਬਿੱਲਾ ਹੋਇਆ, ਲਾਭ ਹੀਰਾ, ਆਰਨੇਤ, ਉਹ ਸਾਰੇ ਇੱਥੇ ਦੇ ਹੀ ਨੇ, ਇੱਥੋਂ ਦੀ। ਪਰ ਲੇਕਿਨ ਇਹਦੀ ਤਾਂ ਸੋਚ ਹੀ ਵੱਖਰੀ ਸੀ ਜੀ, ਯੋਧੇ ਦੀ। ਬੜਾ ਹੀਰਾ ਬੰਦਾ ਸੀ, ਹੀਰਾ ਜੀ। ਕੌਮ ਦੇ ਲੋਕ ਜਿਵੇਂ ਆਪਾਂ ਕਹਿੰਦੇ ਬਾਅਦ 'ਚ ਪਤਾ ਲੱਗਦਾ ਦੁਨੀਆ 'ਚ ਵੀ ਇਹ ਬੰਦਾ ਜਦੋਂ ਚਲਿਆ ਗਿਆ ਵੀ ਬਾਕੀ ਹੀਰਾ ਸੀਗਾ। ਹੁਣ ਦੁਨੀਆ ਦੂਰ ਦਰਾਡੇ ਦੇ ਆਉਂਦੇ, ਇਕੱਠ ਬਹੁਤ ਜ਼ਿਆਦਾ ਇਕੱਠ ਹੁੰਦੇ ਨੇ ਜੀ। ਕੌਮ ਵੱਲੋਂ ਉਹ ਹੀਰਾ ਖੋਲਿਆ ਤੇ ਜਿਵੇਂ ਕਿ ਪਹਿਲਾਂ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦੀਪ ਸਿੱਧੂ ਬਾਈ ਜੀ ਨੇ ਅਮਰਗੜ੍ਹ ਦੇ ਉੱਤੇ ਬੜੀ ਨੌਜਵਾਨਾਂ ਦੇ ਵਿੱਚ ਇੱਕ ਲਹਿਰ ਜਾਗਤੀ ਸੀਗੀ ਤੇ ਫਿਰ ਉਹਨੂੰ ਵੀ ਪ੍ਰੀਪਲੇਨ ਸਰਕਾਰਾਂ ਨੇ ਮਰਵਾਤਾ ਜੀ। ਤੇ ਜੇ ਹੁਣ ਸਿੱਧੂ ਮੂਸੇਵਾਲਾ ਮਤਲਬ ਇੱਕ ਲਹਿਰ ਦੇ ਮੁਤਾਬਕ ਸੰਤ ਭਿੰਡਰਾਂ ਦੀ ਗੱਲ ਕਰਨ ਲੱਗੇ ਤਾਂ ਇਹਨੂੰ ਵੀ ਮਰਵਾਤਾ ਜੀ। ਅੱਛਾ, ਕੀ ਸੋਚਦੇ ਹੋ ਤੁਸੀਂ ਕਿ ਆਪਣਾ, ਹਾਲਾਂਕਿ ਜਿਹੜੀ ਆਪਾਂ ਗੱਲ ਕੀਤੀ ਹੈ, ਮੇਰੀ ਇੱਕ ਦੋ ਸੀਨੀਅਰ ਉਹਨਾਂ ਪੱਤਰਕਾਰਾਂ ਨਾਲ ਵੀ ਗੱਲ ਹੋਈ ਹੈ ਜਿਨ੍ਹਾਂ ਨੇ 84 ਦੇ ਘੱਲੂਘਾਰੇ 'ਚ 6 ਜੂਨ ਨੂੰ ਸ਼ਹੀਦੀ ਹੋਈ ਸੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ, ਉਹ 3 ਜੂਨ ਨੂੰ ਮਿਲ ਕੇ ਆਏ ਸੀ। ਉਹ ਕਹਿੰਦੇ ਨੇ ਕਿ ਭਿੰਡਰਾਂ ਵਾਲਿਆਂ ਦੀ ਸੋਚ ਦੇ ਵਿੱਚ ਕਦੀ ਖਾਲਿਸਤਾਨ ਸੀ ਨਹੀਂ, ਗੀਤਾਂ 'ਚ ਸਿੱਧੂ ਦਾ ਝਲਕ ਰਿਹਾ ਸੀਗਾ ਖਾਲਿਸਤਾਨ। ਬਿਲਕੁਲ ਜੀ, ਬਿਲਕੁਲ। ਨਾ ਕਿਉਂ ਜੀ, ਸੰਤ ਭਿੰਡਰਾਂ ਵਾਲਿਆਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਕੌਮ ਦੀ। ਅਨੰਦਪੁਰ ਦਾ ਮਤਾ ਕਹਿੰਦੇ ਉਹਨਾਂ ਦਾ ਮਕਸਦ ਸੀਗਾ ਜ਼ਿੰਦਗੀ ਦਾ। ਬਿਲਕੁਲ ਜੀ, ਬਿਲਕੁਲ। ਬਾਕੀ ਸੰਤ ਭਿੰਡਰਾਂ ਦੇ ਸ਼ਹੀਦੀ ਪਾਉਣ ਤੋਂ ਬਾਅਦ 'ਚ ਕਹਿੰਦੇ ਮੇਰੀ ਮੌਤ ਸ਼ਹੀਦੀ ਤੋਂ ਬਾਅਦ 'ਚ ਇੱਥੇ ਨਹੀਂ ਖਾਲਿਸਤਾਨ ਦੀ ਟਿਕੂਗੀ। ਸੰਤਾਂ ਨੇ ਇਹ ਗੱਲ ਕੀਤੀ ਤੇ ਉਹੀ ਗੱਲਾਂ ਹੁਣ ਮਤਲਬ ਛੋਟੀ ਉਮਰ 28 ਸਾਲ ਦੀ ਉਮਰ, 11 ਤਰੀਕ ਨੂੰ ਇਹਦਾ ਜਨਮ ਦਿਨ ਸੀ, 29ਵੇਂ ਸਾਲ 'ਚ ਜਾਣਾ ਸੀਗਾ। ਆ ਰਹੀ ਹੈ 11 ਜੂਨ ਜਿਹੜੀ। ਹਾਂਜੀ, ਆ ਰਹੀ ਹੈ ਜੀ। ਤੇ ਗਾਹਾਲੇ ਮਹੀਨੇ ਇਹਦਾ ਵਿਆਹ ਧਰਿਆ ਹੋਇਆ ਸੀਗਾ ਤੇ ਬੜੇ ਚਾਵਾਂ ਨਾਲ ਕਰ ਰਹੇ ਸੀਗੇ ਵੀ ਵਧੀਆ ਹੋ, ਹਨਾ ਜੀ। ਤੇ ਮਤਲਬ ਜਦੋਂ ਇਹ ਗੱਲਾਂ ਖਾਲਿਸਤਾਨ ਮਤਲਬ ਸੰਤ ਭਿੰਡਰਾਂ ਦੇ ਕਰਨ ਲੱਗੇ, ਜਾਗਰਤ ਗੱਲਾਂ ਕਰਨ ਲੱਗੇ, ਮਤਲਬ ਉਸ ਤਰ੍ਹਾਂ ਫਿਰ ਸਰਕਾਰਾਂ ਨੂੰ ਅੱਖ 'ਚ ਰੜਕਣ ਲੱਗ ਜਾਂਦੇ ਸਾਡੇ ਹੁੰਦੇ ਜੀ। ਬੜੀ ਜਲਦੀ ਨਹੀਂ, ਮਤਲਬ ਕਹਿ ਲਓ ਵੀ ਅੱਖਾਂ 'ਚ, ਕਹਿ ਲਓ ਵੀ ਅੱਖ ਦੀ ਕਿਰਕਰੀ ਬਣ ਗਿਆ ਸੀਗਾ ਹੁਕਮਰਾਨਾਂ ਦੀ। ਬਿਲਕੁਲ ਜੀ, ਬਿਲਕੁਲ। ਨਾ ਕਿਉਂ, ਛੇਤੀ ਬਣਿਆ ਜੀ। ਮਤਲਬ ਬਹੁਤ ਗਾਉਂ ਵਧੀਆਂ ਗੱਲਾਂ ਕਰਨੀਆਂ ਸੀਗੀਆਂ, ਉਮਰ ਤੋਂ ਕਿਤੇ ਅੱਗੇ ਦੀਆਂ। ਹਾਂਜੀ, ਬਿਲਕੁਲ ਬਿਲਕੁਲ। ਯਾਦਾਂ ਛੱਡ ਕੇ ਜੀ, ਮਤਲਬ ਮੈਂ ਕਹਿੰਦਾ ਵੀ ਉਹ ਕਿਹੜਾ ਟਰੈਕਟਰ ਨਹੀਂ ਜਿਹੜਾ ਸ਼ੌਂਕ ਨਾਲ ਉਹਨੇ ਪਾਲਿਆ ਨਹੀਂ, ਵਧੀਆ ਉਹ ਰੱਖਿਆ ਟਰੈਕਟਰ, ਹਰੇਕ ਗੱਡੀ ਹੈ ਬਹੁਤ ਵਧੀਆ। ਖੇਤੀ ਆਪ ਦੇਖੋ ਨਹੀਂ, ਜਦੋਂ ਇੱਕ ਪਿੰਡਾਂ ਦੇ ਵਿੱਚੋਂ, ਟਿੱਬਿਆਂ ਦੇ ਵਿੱਚੋਂ, ਟਿੱਬੇ ਗਾਣਾ ਵੀ ਇਹਨੇ ਗਾਇਆ ਵੀ ਟਿੱਬਿਆਂ ਦੇ ਵਿੱਚ, ਟਿੱਬਿਆਂ ਦਾ ਪੁੱਤ। ਹਾਂਜੀ। ਤੇ ਟਿੱਬਿਆਂ ਦੇ ਵਿੱਚੋਂ ਜਦੋਂ ਇੰਨਾ ਰੁਪਈਆ ਸੀਗਾ, ਜਿਹੜੀ ਹੁਣ ਹਵੇਲੀ ਪਾਈ ਹੈ
ਇਹ ਚੰਡੀਗੜ੍ਹ ਵੀ ਪਾ ਸਕਦਾ ਸੀ, ਮਾਨਸਾ ਵੀ ਪਾ ਸਕਦਾ ਸੀ, ਪਰ ਲੇਕਿਨ ਨਹੀਂ, ਉਹਦੀ ਜਿਹੜੀ ਨਿਆਣਪਣਾ ਸੀਗਾ ਤੇ ਬੜਾ ਮਿੱਟੀ ਨਾਲ ਮੋਹ ਕਵਾਂਗਾ ਮੈਂ ਤਾਂ। ਬਾਹਲਾ ਜੀ ਬਾਹਲਾ ਮਿੱਟੀ ਨਾਲ ਮੋਹ, ਬਾਹਲਾ ਮਿੱਟੀ ਨਾਲ ਮੋਹ ਸੀ ਜੀ। ਮੈਂ ਕਹਿੰਦਾ ਜੀ ਦਿਲਾਂ ਦੇ ਵਿੱਚ ਪਿਆਰ ਵੀ ਇੰਨਾ ਕਰਦਾ ਸੀ ਹਰੇਕ ਬੰਦੇ ਨੂੰ, ਬਹੁਤ ਜ਼ਿਆਦਾ। ਤੇ ਅਸੀਂ ਕਈ ਵਾਰ ਮਿਲੇ, ਸਾਨੂੰ ਤਾਂ ਕਹਿੰਦੇ ਖੇਤ ਹੈ ਜੀ, ਕਰਾਹ ਲਾਈ ਜਾਂਦਾ। ਅਸੀਂ ਆਪ ਦੇਖਿਆ ਕਰਾਹ ਲਾਉਂਦਾ ਜੀ, ਆਪ ਮਿੱਟੀ ਨਾਲ ਮਿੱਟੀ। ਅਸੀਂ ਆਪ ਜਾ ਕੇ ਦੇਖਿਆ, ਮੈਂ ਤੇ ਪਵਨ ਜੀ ਅਸੀਂ ਆਪ ਖੜੇ ਰਹੇ। ਉਹ ਮੈਂ ਕਹਿੰਦਾ ਮੈਂ 4 ਕਰਾਹ ਅੰਕਲ ਖਿੱਚ ਲਾ, ਮੈਂ ਖਿੱਚ ਲਾ। ਤੇ ਫਿਰ ਜਦੋਂ ਮੈਂ ਚੋਣਾਂ ਤੋਂ ਬਾਅਦ 'ਚ ਮਿਲੇ, ਮੈਨੂੰ ਕਹਿੰਦਾ ਅੰਕਲ ਬਹਿ ਜਾ ਯਾਰ, ਤੇ ਜਿੱਤਾਂ ਹਾਰਾਂ ਤਾਂ ਹੁੰਦੀਆਂ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦੇ ਜਰਨੈਲ ਨੇ। ਮੈਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਨੂੰ ਪਿਆਰ ਕਰਦਾ। ਅੱਛਾ, ਤੇ ਟੈਟੂ ਸੀ ਬਿਲਕੁਲ। ਬਚਪਨ ਤੋਂ ਦੇਖਿਆ ਤੁਸੀਂ ਸਿੱਧੂ ਨੂੰ? ਬਚਪਨ ਤੋਂ ਨਹੀਂ, ਬਚਪਨ 'ਚੋਂ ਨਹੀਂ ਦੇਖਿਆ ਜੀ। ਜਦੋਂ ਇਹ ਬਾਹਰੋਂ ਆ ਕੇ ਗਾਣੇ ਇਹਦੇ ਚੱਲੇ ਨੇ, ਉਦੋਂ ਅਸੀਂ ਮਿਲਦੇ ਨੇ। ਸਾਨੂੰ ਪਤਾ ਲੱਗਿਆ ਵੀ ਮੂਸੇ ਦਾ ਕੋਈ ਗੱਭਰੂ ਉੱਠਿਆ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਉਹ ਕਦੀ ਗੀਤ ਸੁਣੇ ਸੀ ਪਹਿਲਾਂ? ਜਦੋਂ ਇਹਦਾ ਪਹਿਲਾ ਗਾਣਾ ਆਇਆ ਜੀ, ਉਹ ਮੇਰੇ ਭਤੀਜੇ ਛੋਟੇ ਛੋਟੇ ਇਹਦੇ ਫੈਨ ਨੇ ਜੀ। ਉਹ ਕਹਿੰਦੇ ਤਾਇਆ ਕਹਿੰਦੇ ਜੀ ਸਿੱਧੂ ਮੂਸੇਵਾਲਾ ਆਇਆ ਹੋਇਆ ਹੈ ਤੇ ਟਰੈਕਟਰ ਤੇ ਇੱਥੋਂ 59 ਤੇ ਟੱਪੂਗਾ। ਉਹਦੀ ਮੇਰੇ ਪਿੰਡ ਨਾਲ ਹੀ ਬਰਨਾਲੇ ਉਹਦੀ ਮਾਸੀ ਹੈ, ਉੱਥੇ ਜਾਂਦਾ ਹੁੰਦਾ, ਸ਼ੌਂਕ ਨਾਲ ਜਾਂਦਾ ਜੀ ਟਰੈਕਟਰ ਲੈ ਕੇ, ਤੇ ਉਹ ਉਹਦੇ ਨਾਲ ਚੜ ਜਾਂਦੇ। ਜਦੋਂ ਹੁਣ ਜਿੱਦਾਂ ਉਹਦਾ ਇਹ ਚੀਜ਼ ਹੋਈ ਹੈ, ਉਹ ਮੁੰਡੇ 2 ਰਾਤਾਂ 3 ਰਾਤਾਂ ਸੁੱਤੇ ਨਹੀਂ ਹੈਗੇ, ਰੋਈ ਗਏ ਨੇਗੇ। ਇੰਨੇ ਫੈਨ ਜਵਾਕ ਚਲੋ ਪਿਆਰ ਪੈ ਗਿਆ, ਬੱਚਿਆਂ ਨਾਲ ਮੋਹ ਪੈ ਗਿਆ ਸੀ। ਮੋਹ ਪੈ ਗਿਆ ਸੀ ਪੂਰਾ ਜੀ, ਪੂਰਾ। ਸੋ ਸਾਡੇ ਨਾਲ ਪਵਨ ਸਿੰਘ ਅਰਮਦਿਤ ਵਾਲਾ ਵੀ ਹੈਗੇ ਨੇ। ਸੋ ਪਵਨ ਸਿੰਘ ਜੀ, ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹ ਜੀ ਰਾਜਨੀਤੀ ਤੋਂ ਪ੍ਰੇਰਿਤ ਹੈ। ਜਿਹੜਾ ਵੀ ਬੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਨੂੰ ਉੱਠਦਾ ਹੈ, ਨੌਜਵਾਨ ਮੁੰਡਾ, ਉਹਨਾਂ ਦਾ ਇਹ ਸਰਕਾਰ ਪ੍ਰੀ ਪਲਾਨ ਕਤਲ ਕਰਵਾ ਦਿੰਦੀ ਹੈ। ਜਿਵੇਂ ਪਹਿਲਾਂ ਦੀਪ ਸਿੱਧੂ ਦਾ ਤੇ ਹੁਣ ਇਹਦਾ ਸਰਦਾਰ ਮੂਸੇਵਾਲੇ ਦਾ ਕਤਲ ਹੋਇਆ। ਇਹ ਪ੍ਰੀ ਪਲਾਨ ਕਤਲ ਨਹੀਂ ਜੀ। ਤੇ ਕੀ ਲੱਗਦਾ ਤੁਹਾਨੂੰ, ਤੁਸੀਂ ਵੀ ਉਦੋਂ ਹਾਜ਼ਰ ਸੀਗੇ ਜਿੱਦਣ ਮਾਨ ਸਾਹਿਬ ਦੀ ਗੱਲ ਹੋਈ ਹੈ ਇਹਨਾਂ ਨਾਲ? ਮੈਂ ਤਾਂ ਤਕਰੀਬਨ ਮੇਰੇ ਬਹੁਤ ਨੇੜੇ ਘਰ ਨੇ ਜੀ, ਉਹਨਾਂ ਦਾ ਪਿੰਡ ਨੇੜੇ ਆ, ਬਹੁਤ ਨੇੜੇ ਆ। ਬਾਕੀ ਮੈਂ ਪਰਿਵਾਰ ਦੇ ਵੀ ਥੋੜਾ ਜਿਹਾ ਕਲੋਜ਼ ਰਿਹਾ ਹੋਇਆ। ਸਾਡੇ ਪਰਿਵਾਰ ਨਾਲ ਉਸ ਪਰਿਵਾਰ ਦੀ ਪਹਿਲਾਂ ਤੋਂ ਹੀ ਵਧ ਗਿਆ, ਤੇ ਮੈਂ ਤਾਂ ਉਹਦੇ ਨਾਲ ਸੀਗਾ ਜੀ। ਅੱਛਾ, ਗੱਲਾਂ ਬਾਤਾਂ ਤੁਹਾਨੂੰ ਲੱਗਦਾ ਸੀ ਅੰਦਾਜ਼ਾ ਵੀ ਉਹਦੇ ਮਨ 'ਚ ਕੋਈ ਡਰ ਹੈ, ਖੌਫ ਹੈ? ਜਿੱਦਾਂ ਪਤਾ ਲੱਗ ਰਿਹਾ ਸੀ ਉਹਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕੁਛ, ਮਤਲਬ ਗੱਲ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਸਾਂਝੀ ਕਰਨਾ ਚਾਹੁੰਦਾ ਸੀ, ਡਰ ਲੱਗਦਾ ਸੀ ਉਹਦੀ ਗੱਲਾਂ 'ਚ ਜਦੋਂ ਉਹਨੇ ਕਿਹਾ ਕਿ ਮਾਨ ਸਾਹਿਬ ਸਭ ਤੋਂ ਵਧੀਆ ਲੀਡਰ ਹੈਗੇ ਨੇ? ਉਸ ਤੋਂ ਬਾਅਦ ਨਾ ਜੀ ਨਾ, ਕੋਈ ਉਹਦੇ ਮਨ 'ਚ ਡਰ ਨਹੀਂ ਸੀ ਝਲਕਦਾ। ਉਹਦਾ ਦਲੇਰ ਇਨਸਾਨ ਸੀ ਜੀ। ਉਹਦੇ ਦਾ ਜੇ ਮਨ 'ਚ ਡਰ ਹੁੰਦਾ ਤਾਂ ਉਹ ਬੰਦੇ ਵੀ ਲਿਜਾ ਸਕਦਾ ਸੀ। ਉਹ ਤਾਂ ਕਿੰਨੇ ਮਰਜ਼ੀ ਮੁੰਡੇ ਸੱਦ ਲਾਂਦਾ ਜੀ, ਉਹਨੂੰ ਕੋਈ ਡਰ ਨਹੀਂ ਸੀ। ਇੱਕ ਆਵਾਜ਼ 'ਚ ਲੋਕ ਇਕੱਠੇ ਹੋ ਜਾਂਦੇ ਸੀ। ਇੱਕ ਆਵਾਜ਼ 'ਚ ਜੀ, ਬਹੁਤ ਜ਼ਿਆਦਾ। ਉਹਦੇ ਹੁਣ ਵੀ ਚੱਲ ਕੇ ਦੇਖ ਲਓ ਜੀ, ਉਹਦੇ ਜਿਉਂਦੇ ਕੋਲੇ ਵੀ ਘੱਟ ਤੋਂ ਘੱਟ 50 60 ਬੰਦੇ ਖੜੇ ਹੀ ਰਹਿੰਦੇ ਜਿਹੜੇ ਉਹਨਾਂ ਨਾਲ ਫੋਟੋਆਂ ਖਿਚਾਉਣ ਨੂੰ ਆਉਂਦੇ ਸੀ। ਉਹਨਾਂ ਨੂੰ ਤਾਂ ਲੱਗਦਾ ਹੀ ਇਸ ਲੋਟਾਉਣਾ। ਮੈਨੂੰ ਤਾਂ, ਮੇਰੇ ਮਨ ਨੂੰ ਤਾਂ ਅੱਜ ਵੀ ਲੱਗਦਾ ਵੀ ਉਹਦਾ ਉਸ ਸਮੇਂ ਵੀ ਮਨ 'ਚ ਇਹ ਹੋਊ ਵੀ ਕੋਈ ਤਸਵੀਰ ਖਿਚਾਉਣ ਆਏ ਆ ਮੇਰੇ ਨਾਲ। ਹੁਣ ਤਾਂ ਲੱਗੇ ਨਹੀਂ ਸੀ ਰਿਹਾ ਕੋਈ ਡਰ। ਬਚਪਨ ਤੋਂ ਦੇਖ ਰਹੇ ਸੀ ਤੁਸੀਂ ਉਹਨਾਂ ਨੂੰ? ਬਚਪਨ ਤੋਂ ਜੀ, ਬਚਪਨ ਤੋਂ। ਮੈਂ ਉਸ ਪਰਿਵਾਰ ਨੂੰ ਬਹੁਤ ਨੇੜਿਓਂ ਜਾਣਦਾ ਬਚਪਨ ਤੋਂ। ਬਲਕੌਰ ਸਿੰਘ ਉਹਨਾਂ ਬਲਕੌਰ ਸਿੰਘ ਹੋਰਾਂ ਭਰਾ ਨੇ। ਤੇ ਕੀ ਕਹਿੰਦੇ ਫਿਰ, ਮਤਲਬ ਜਦੋਂ ਇਹ ਸਾਰਾ ਮਸ਼ਹੂਰ ਹੋ ਗਿਆ ਸੀਗਾ ਸਿੱਧੂ ਮੂਸੇਵਾਲਾ, ਉਸ ਤੋਂ ਬਾਅਦ ਹੀ ਕਹਿ ਲਓ ਵੀ ਸਰਕਾਰਾਂ ਦੀਆਂ ਅੱਖਾਂ 'ਚ ਆ ਗਿਆ, ਜਾਂ ਕੁਝ ਗੀਤਾਂ ਨੇ ਕੁਝ ਇਹੋ ਜਿਹਾ ਮਾਹੌਲ ਬਣਾਤਿਆ ਸੀਗਾ? ਜਦੋਂ ਸਿੱਧੂ ਮੂਸੇਵਾਲਾ ਤਾਂ ਜਿੱਦਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੰਤ ਭਿੰਡਰਾਂ ਦੀ ਗੱਲ ਕਰਨ ਲੱਗ ਗਿਆ, ਉਦੋਂ ਤੋਂ ਹੀ ਸਰਕਾਰਾਂ ਦੀ ਅੱਖ 'ਚ ਰੜਕਣ ਲੱਗ ਗਿਆ। ਵੋਟਾਂ ਤੋਂ ਪਹਿਲਾਂ ਵੀ ਜਿਹੜੇ ਅੰਦਰਲੇ ਘਰ ਉਹਨਾਂ ਦੀ ਰਿਹਾਇਸ਼ ਸੀ, ਉੱਥੇ ਸੰਤ ਭਿੰਡਰਾਂ ਦੀਆਂ ਫੋਟੋਆਂ ਲੱਗੀਆਂ ਸੀ। ਮੈਂ ਜਸਕਰਨ ਸਿੰਘ ਜੀ ਨਾਲ ਗਿਆ ਸੀ। ਉਹਨਾਂ ਨੇ ਜਸਕਰਨ ਸਿੰਘ ਜੀ ਨੂੰ ਦੱਸਿਆ ਵੀ ਜਦੋਂ ਮੈਨੂੰ ਟਿਕਟ ਮਿਲ ਗਈ ਜੀ, ਕਾਂਗਰਸੀ ਮੈਨੂੰ ਫੋਟੋਆਂ ਮੈਨੂੰ ਦੇਖ ਕੇ ਕਹਿੰਦੇ ਵੀ ਇਹ ਫੋਟੋਆਂ ਲਾ ਦਿਓ। ਕਹਿੰਦੇ ਮੈਂ ਲਾਈਆਂ ਨਹੀਂ ਜੀ। ਅੱਛਾ, ਕਾਂਗਰਸੀ ਘਰੇ ਕਹਿੰਦੇ ਸੀ ਵੀ ਲਾ ਦਿਓ? ਹਾਂਜੀ, ਕਹਿੰਦਾ ਮੈਨੂੰ ਟੇਢੀ ਅੱਖ ਨਾਲ ਝਾਕਦੇ ਆ ਪੰਜਾਬੀਆਂ ਵੱਲ ਜੀ, ਜਿਹੜਾ ਸਿੱਖੀ ਦੀ ਗੱਲ ਕਰਦਾ। ਫਿਰ ਕਿਉਂ ਲੱਗਦਾ ਫਿਰ ਕਾਂਗਰਸ ਵੱਲ ਕਿਉਂ ਚਲੇ ਗਏ ਉਹ ਟਿਕਟ ਲੈਣ? ਉਹ ਕੋਈ ਮੌਕਾ ਹੋਣਾ ਜੀ, ਉਹ ਉਹਨਾਂ ਨੂੰ ਪਤਾ ਹੈ। ਹੁਣ ਇਸ ਗੱਲ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਵੀ ਕਿਉਂ ਗਏ। ਕੀ ਲੱਗਦਾ ਮਤਲਬ ਕਿ ਇੱਕ ਕਹਿ ਲਓ ਵੀ ਇਹੋ ਜਿਹਾ ਨੌਜਵਾਨ ਜਿਹਨੇ ਪੰਜਾਬ ਨੂੰ ਸੰਭਾਲਣਾ ਸੀਗਾ, ਉਦੋਂ ਖਤਮ ਕਰ ਦਿੱਤਾ ਗਿਆ? ਸਾਨੂੰ ਤਾਂ ਇਹ ਲੱਗਦਾ ਜੀ ਵੀ ਪੰਜਾਬ ਨੂੰ ਤਾਂ ਬਹੁਤ ਵੱਡੀ ਤਰੱਕੀ ਦਿਵਾਉਂਦਾ ਜੀ। ਸਾਡੇ ਏਰੀਏ ਦੀ ਸ਼ਾਨ ਸੀ ਜੀ। ਸਾਡੇ ਏਰੀਏ 'ਚ ਉਹਨੇ ਕੈਂਸਰ ਦਾ ਹਸਪੀਟਲ ਬਣਾਉਣਾ ਸੀ, ਹੋਰ ਕਾਫੀ ਗੱਲਾਂ ਕੰਮ ਕਰਨੇ ਸੀ ਜੀ। ਤੇ ਸਾਨੂੰ ਤਾਂ ਇਹ ਲੱਗਦਾ ਵੀ ਸਾਡਾ ਜਮਾ ਖਤਮ ਹੀ ਕਰਤਾ ਸਾਰਾ ਕੰਮ ਜੀ ਪੰਜਾਬ ਦਾ। ਹੁਣ ਜਿੱਥੇ ਉਹਨਾਂ ਦੀ ਉਹ ਸੰਸਕਾਰ ਹੋਇਆ ਉੱਥੇ ਕੁਝ ਬਣਨ ਜਾ ਰਹੀ ਯਾਦਗਾਰ ਜਾਂ ਜਵਾਰਕੇ 'ਚ ਕੁਝ? ਇਹਦੇ ਬਾਰੇ ਨਹੀਂ ਸਾਨੂੰ ਪਤਾ ਜੀ, ਇਹ ਪਰਿਵਾਰ ਦੱਸੋ। ਸੋ ਕੀ ਲੱਗਦਾ ਤੁਹਾਨੂੰ ਕਿ ਹੁਣ ਸਾਰੀ ਜਿਹੜੀ ਆਸ ਹੈਗੀ ਹੈ ਰਜਿੰਦਰ ਸਿੰਘ ਜੀ ਟਿਕੀ ਹੋਈ ਹੈ? ਪਹਿਲਾਂ ਕਹਿੰਦੇ ਸੀ, ਮਾਨ ਸਰਕਾਰ ਕਹਿੰਦੇ ਸੀ ਪਹਿਲਾਂ ਅਸੀਂ ਹਾਈ ਕੋਰਟ ਦਾ ਸਿਟਿੰਗ ਜੱਜ ਬਿਠਾ ਦਾਂਗੇ, ਇਨਕੁਆਇਰੀ ਕਰਾ ਦਾਂਗੇ। SIT ਬਣ ਚੁੱਕੀ ਹੈ, IG ਮੁਖਵਿੰਦਰ ਸ਼ੀਨਾ ਉਹਨੂੰ ਦੇਖ ਰਹੇ ਨੇ। ਫਿਰ ਸਰਕਾਰ ਕਹਿੰਦੀ ਜੀ ਕੋਈ SIT ਨਹੀਂ ਬਣੂਗੀ। ਸਰਕਾਰ ਹੁਣ ਵੀ ਪਹਿਲਾਂ ਕੁਝ ਹੋਰ ਕਹਿੰਦੀ ਹੈ, ਦੂਏ ਦਿਨ ਕੁਝ ਹੋਰ ਕਹਿੰਦੀ ਹੈ। ਇਹ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ? ਇਹ ਵੀ ਜਿਵੇਂ ਕੋਈ ਦੋਗਲੀਆਂ ਜਿਹੀਆਂ ਗੱਲਾਂ ਹੋ ਰਹੀਆਂ ਜੀ। ਕੋਈ ਜੱਜ ਤਾਂ ਕਹਿੰਦੇ ਅਸੀਂ ਕਰ ਹੀ ਨਹੀਂ ਸਕਦੇ ਜਾਂਚ, ਜੱਜਾਂ ਨੇ ਜਵਾਬ ਦਿੱਤਾ। ਮਤਲਬ ਇਹਦੇ ਵਿੱਚ ਤਾਂ ਸਰਕਾਰ ਭਗਵੰਤ ਮਾਨ ਜੀ
ਇਹ ਜੇ ਫੈਸਲਾ ਲੈਣ ਤਾਂ ਮੁੱਖ ਮੰਤਰੀ ਦੇ ਕਹਿਣ ਤੇ ਕੀ ਨਹੀਂ ਕਰ ਸਕਦੇ। ਪਰ ਲੇਕਿਨ ਮੈਨੂੰ ਨਹੀਂ ਲੱਗਦਾ, ਕਿਉਂਕਿ ਭਗਵੰਤ ਮਾਨ ਜੀ ਦੀ ਜਿਹੜੀ ਮੁਹਾਰ ਹੈ ਉਹ ਤਾਂ ਕੇਜਰੀਵਾਲ ਦੇ ਹੱਥ 'ਚ ਹੈ ਜੀ। ਕੇਜਰੀਵਾਲ ਜਿਵੇਂ ਕਹੂਗਾ ਉਵੇਂ ਭਗਵੰਤ ਮਾਨ ਚੱਲੂਗਾ ਜੀ। ਜੇ ਸਰਕਾਰ ਕਰਨ ਤੇ ਆਵੇ ਤੇ ਸਰਕਾਰ ਕੀ ਨਹੀਂ ਕਰ ਸਕਦੀ ਜੀ, ਬਹੁਤ ਕੁਝ ਕਰ ਸਕਦੀ ਹੈ ਸਰਕਾਰ। ਪੰਜਾਬ ਪੁਲਿਸ ਤੋਂ ਲੱਗਦਾ ਇਨਸਾਫ ਦੀ ਆ ਸਹੀ ਇਨਸਾਫ ਦੇ ਪਾਊਗੀ ਬਲਕੌਰ ਸਿੰਘ ਉਹਨਾਂ ਨੂੰ, ਚਰਨ ਕੌਰ ਉਹਨਾਂ ਨੂੰ? ਦੇਖੋ ਜੀ, ਲੱਗ ਨਹੀਂ ਰਿਹਾ। ਮੈਂ ਤਾਂ ਇੱਕ ਗੱਲ ਜਾਣਦਾ ਵੀ ਜਿੱਦੇ ਇਹ ਕਤਲ ਹੋਇਆ ਹੈ ਉੱਥੋਂ 6 ਕਿਲੋਮੀਟਰ ਗਾਹਾਂ ਚੌਂਕੀ ਬੈਠੀ ਹੈ, ਪੁਲਿਸ ਚੌਂਕੀ। ਕਿਹੜੇ ਵਾਲੀ ਚੌਕੀ ਪੈਂਦੀ ਉਹ? ਨਰਿੰਦਰਪੁਰਾ ਪਿੰਡ ਦੀ ਚੌਂਕੀ ਪੈਂਦੀ ਹੈ ਜੀ। ਤੇ ਇੱਕ ਦੇਖੋ, ਜਦੋਂ ਕਤਲ ਕਰਕੇ ਉਹ ਭੱਜੇ ਨੇ, ਨਰਿੰਦਰਪੁਰਾ ਚੌਂਕੀ ਲਈ ਅਧਿਕਾਰ ਹੋਈ ਹੈ ਜੀ ਉਹਨਾਂ ਨੇ। ਜੇ ਪੁਲਿਸ ਨੇ ਕਰਨਾ ਹੁੰਦਾ, ਪੁਲਿਸ ਦੇ ਲਵੇ ਇੱਕ ਵਾਇਰਲੈਸ ਆਪਰੇਟਰ ਬਣਿਆ ਹੁੰਦਾ ਜੀ, 24 ਘੰਟੇ ਬੈਠਦਾ ਉਹ। 24 ਘੰਟੇ ਬਹਿੰਦਾ ਹੈ। ਪੁਲਿਸ ਨੇ ਜੇ ਕਰਨਾ ਹੁੰਦਾ ਐਮੀਜੈਂਟਲੀ ਉਹਨਾਂ ਨੇ ਵਾਇਰਲੈਸ ਆਪਰੇਟਰ ਤੋਂ ਵਾਇਰਲੈਸ ਕਰਾ ਕੇ ਨਾਕੇਬੰਦੀ ਕਰਾਉਣੀ ਸੀ। ਮੇਰੇ ਖਿਆਲ ਤਾਂ ਫਿਰ ਨਰਿੰਦਰਪੁਰਾ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਸੀ ਉਹ ਗੱਡੀ ਉਹਨਾਂ ਦੀ। ਬਿਲਕੁਲ, ਪਹਿਲੇ ਫੜੇ ਜਾਂਦੇ ਜੀ ਬੰਦੇ, ਪਹਿਲੇ ਫੜੇ ਜਾਂਦੇ। ਉਹ ਬੰਦੇ ਬੜੀ ਹਿੰਮਤ ਦੇ ਨਾਲ, ਜੁਰਤ ਦੇ ਨਾਲ, ਮਤਲਬ ਉੱਥੋਂ 6-7 ਮਿੰਟਾਂ 'ਚ ਇਹ ਕੰਮ ਕਰਕੇ ਲੰਘੇ। ਤੇ ਪੁਲਿਸ ਮਤਲਬ ਬਹੁਤ ਕੁਝ ਕਰ ਸਕਦੀ ਹੈ। ਜੇ ਪੁਲਿਸ ਨੇ ਨਾਕੇ ਲਵਾਤੇ ਹੁੰਦੇ ਗੱਡੀਆਂ ਫੜੀਆਂ ਜਾਂਦੀਆਂ ਜੀ, ਪਰ ਨਾਕੇ ਨਹੀਂ ਲਵਾਏ ਉਸ ਟਾਈਮ। ਅੱਛਾ, ਟੈਟੂ ਵਾਲੀ ਗੱਲ ਤੇ ਇੱਕ ਵਾਰ ਫੇਰ ਆ ਰਿਹਾ, ਕੋਈ ਪੁਰਾਣਾ ਟੈਟੂ ਬਣਾਇਆ ਸੀ ਕਿ ਹੁਣੇ ਬਣਵਾਇਆ ਸੀ ਪਿੰਡਰਾਲ ਦਾ ਟੈਟੂ? ਨਹੀਂ ਜੀ, ਉਹ ਤਾਂ ਪੁਰਾਣਾ ਸੀ। ਉਹ ਤਾਂ ਬੜਾ ਮੈਨੂੰ ਆਇਆ ਸ਼ੁਰੂ ਹੋਣ ਤੋਂ ਪਹਿਲਾਂ ਦਾ? ਪਹਿਲੇ ਜੀ, ਪਹਿਲਾਂ ਦਾ ਬਹੁਤ ਵਧੀਆ ਬਣਾਇਆ ਹੋਇਆ ਸੀ। ਪਹਿਲਾਂ ਦਾ ਬਣਾਇਆ ਹੋਇਆ ਸੀ। ਉਹ ਐਂ ਨਹੀਂ ਸੀ ਵੀ ਦਿਖਾਇਆ ਉਹਨਾਂ ਨੇ? ਦਿਖਾਇਆ ਜੀ, ਦਿਖਾਇਆ ਜੀ। ਸੋ ਕੀ ਦੇਖਦੇ ਹੋ ਫਿਰ, ਜਿੱਦਾਂ ਤੁਸੀਂ ਕਹਿ ਕੇ ਵੀ ਹਟੇ ਹੋ ਕਿ ਜਿਹੜਾ ਕੋਈ ਮਾਨ ਸਾਹਿਬ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ ਦੋਵੇਂ ਸਿੱਧੂ ਸੀ, ਪਹਿਲਾਂ ਵਾਲਾ ਦੀਪ ਸਿੱਧੂ, ਹੁਣ ਸਿੱਧੂ ਮੂਸੇ ਵਾਲਾ, ਇਹ ਸ਼ਿਕਾਰ ਕਿਉਂ ਹੋ ਜਾਂਦੇ ਨੇ? ਦੇਖੋ ਜੀ, ਮਾਨ ਸਾਹਿਬ ਕਰਦਾ ਵੱਖਰੇ ਰਾਜ ਦੀ ਗੱਲ। ਜਿੰਨਾ ਤੱਕ ਸਾਨੂੰ ਵੱਖਰਾ ਰਾਜ ਮਿਲਦਾ ਨਹੀਂ ਉਹਨਾਂ ਤੱਕ ਇੱਥੇ ਘੱਟ ਗਿਣਤੀ ਤੇ ਅਤਿਆਚਾਰ ਹੋ ਰਿਹਾ। ਜੇ ਕੋਈ ਨੌਜਵਾਨ ਮਾਨ ਸਾਹਿਬ ਦੇ ਨਾਲ ਇਹੋ ਜਿਹਾ ਯੋਧਾ ਕੋਈ ਆ ਕੇ ਨੌਜਵਾਨਾਂ 'ਚ ਪੂਰਾ ਕਰ ਰਿਹਾ, ਜੋਸ਼ ਭਰ ਰਿਹਾ, ਖੜਦਾ ਕਹਿ ਲਓ, ਖੜਦਾ ਜੀ, ਤੇ ਫਿਰ ਨੌਜਵਾਨ ਜੁੜਦੇ ਆ ਮਾਨ ਸਾਹਿਬ ਦੇ ਨਾਲ, ਤਾਂ ਇਹਨਾਂ ਨੂੰ ਇਹ ਹੁੰਦਾ ਹੈ ਵੀ ਇਹ ਅਣਖ ਦੀ ਤੇ ਗੈਰਤ ਦੀ ਤੇ ਸਿੱਖੀ ਦੀ ਗੱਲ ਕਰਦੇ ਆ, ਤਾਂ ਉਹਨਾਂ ਨੂੰ ਪ੍ਰੀ ਪਲਾਨ ਸਰਕਾਰਾਂ ਬਰਬਾਦਨੀ। ਕਿਉਂ ਮਤਲਬ? ਅੱਛਾ, ਆਪਾਂ ਕਹੀਏ ਹਮੇਸ਼ਾ ਪਹਿਲਾਂ ਤਾਂ ਚਲੋ ਗੱਲ ਚੱਲੀ ਜਾਂਦੀ ਸੀ, ਦੋ ਰਵਾਇਤੀ ਪਾਰਟੀਆਂ ਚੱਲੀ ਆ ਰਹੀਆਂ, ਸ਼੍ਰੋਮਣੀ ਅਕਾਲੀ ਦਲ ਚਲੇ ਆ ਰਹੇ ਹੈ ਜਾਂ ਕਾਂਗਰਸ ਚਲੀ ਆ ਰਹੀ ਹੈ ਵੀ ਇਹ ਆਪਣੇ ਹਿੱਤਾਂ ਨੂੰ ਸਿਰਫ ਦੇਖਦੇ ਨੇ, ਰਾਜਸੀ ਸੱਤਾ ਨੂੰ ਦੇਖਦੇ ਨੇ। ਆਮ ਆਦਮੀ ਪਾਰਟੀ ਵੀ ਇਸੇ ਰਾਹ ਤੇ ਹੈ, ਕੀ ਕਹਿੰਦੇ ਹੋ? ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਜੀ, ਮੈਨੂੰ ਤਾਂ ਆਪ ਇਹੀ ਲੱਗਦਾ ਹੈਗਾ, ਕਿਉਂਕਿ ਵਾਰ-ਵਾਰ ਦੁਹਾਈ ਤਾਂ ਇਹੀ ਦਿੰਦੇ ਸੀ, ਇੱਕ ਮੌਕਾ ਦੇ ਕੇ ਦੇਖੋ ਸਾਨੂੰ। ਹਾਂ ਜੀ, ਦੇਖੋ ਮੌਕਾ ਦਿੱਤਾ। ਪਹਿਲਾਂ ਵੀ ਇਹਨਾਂ ਦੇ ਵਿਰੋਧੀ ਧਿਰ 'ਚ ਰਹੇ ਨੇ ਚੀਮਾ ਸਾਹਿਬ, ਉਹਨਾਂ ਨੇ ਕੁਛ ਆਵਾਜ਼ ਉਠਾਈ, ਤੇ ਹੁਣ ਭਗਵੰਤ ਮਾਨ ਜੀ ਆ ਗਏ। ਇਹਦਾ ਜਿਹੜਾ ਸਾਰਾ ਹਲਬਾ ਹੈ ਉਹ ਸਾਰਾ ਕੇਜਰੀਵਾਲ ਦੇ ਹੱਥ 'ਚ ਹੈ ਜੀ। ਜੇ ਬੰਦਾ ਤਜਰਬੇਕਾਰ ਹੋਵੇ ਤਾਂ ਕੀ ਨਹੀਂ ਕਰ ਸਕਦਾ। ਤੇ ਭਗਵੰਤ ਮਾਨ ਜੀ ਨੇ ਜੇ ਇਹੀ ਕੰਮ ਕਸਿਆ ਹੁੰਦਾ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀ। ਹੁਣ ਦਿਨੋਂ ਦਿਨ ਗੋਲੀਆਂ ਧੜਾ ਧੜ ਚੱਲ ਰਹੀਆਂ। ਕੱਲ ਪਤਾ ਨਹੀਂ ਕਿੱਥੇ ਇੱਕ ਲੇਡੀ ਕੁੜੀ ਤੋਂ ਸਕੂਟਰੀ ਖੋਈ ਹੈ ਇਕਵਟਾ। ਜੇ ਹਾਂਜੀ, ਇਹ ਜੇ ਇੱਕ ਬਜ਼ੁਰਗ ਨੇ ਉਹਦੀ ਉਹ ਕੀਤੀ ਸਪੋਰਟ ਤਾਂ ਗੋਲੀਆਂ ਮਾਰ ਕੇ ਉਹ ਮਾਰਤਾ ਜੀ। ਤੇ ਜੇ ਇਹ ਸਰਕਾਰ ਨੇ ਨਾ ਇਹ ਨੱਥ ਪਾਈ, ਇੱਥੇ ਬਿਹਾਰ ਵਾਲਾ ਮਾਮਲਾ ਹੋ ਚੱਲਿਆ ਜੀ। ਸੋ ਕੀ ਲੱਗਦਾ ਤੁਹਾਨੂੰ, ਜਿੱਦਾਂ ਹੁਣ 2 ਦਿਨ ਬਾਅਦ ਸਿੱਧੂ ਮੂਸੇਵਾਲੇ ਦਾ ਭੋਗ ਪੈ ਜਾਏਗਾ, ਕੋਈ ਉੱਠੂਗਾ ਹੋਰ ਨੌਜਵਾਨ ਜਾਂ ਫਿਰ ਲੋਕ ਡਰ ਕੇ ਬਹਿ ਜਾਣਗੇ? ਨਾ ਜੀ, ਡਰਨ ਵਾਲੇ ਤਾਂ ਨਹੀਂ। ਨੌਜਵਾਨ ਇੱਥੇ ਜਿੱਦੇ ਭਗਵੰਤ ਮਾਨ ਜੀ ਨੇ ਆਉਣਾ ਸੀ ਤੇ ਮੈਂ 8 ਵਜੇ ਪਹੁੰਚ ਕੇ ਪਿੰਡ ਵਾਲੇ ਸਪੀਕਰ 'ਚ ਬੁਲਾਤਾ, ਤੇ ਉੱਥੇ ਭਗਵੰਤ ਮਾਨ ਦਾ ਵਿਰੋਧ ਹੋਇਆ। MLA ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਲੋਕਾਂ ਨੇ ਘਰੇ ਵੜਨ ਨਹੀਂ ਦਿੱਤਾ, ਉਹਨੂੰ ਗੱਡੀ ਚੜਾਇਆ ਵੀ ਆਪਦੀ ਗੱਡੀ 'ਚ ਬੈਠ ਕੇ ਉਹ ਵਗ ਗਿਆ। ਵਿਰੋਧ ਹੋਇਆ, ਨਾਅਰੇਬਾਜ਼ੀ ਹੋਈ। ਉਦੋਂ ਬਾਅਦ ਦੇ ਵਿੱਚ ਮੈਂ ਮੌਜੂਦ ਸੀ ਉੱਥੇ, ਇਹ ਪਵਨ ਜੀ ਮੌਜੂਦ ਸੀ, ਅਸੀਂ ਇਕੱਠੇ ਸੀਗੇ, ਅਸੀਂ ਪਰਿਵਾਰ ਦੇ ਅੰਦਰ ਬੈਠੇ ਹਾਂ। ਫਿਰ ਇੱਕ IG ਆਇਆ, ਇੱਕ SSP ਮਾਨਸਾ, SDM ਮਾਨਸਾ। ਫਿਰ ਪਰਿਵਾਰ ਨੂੰ ਇਕੱਲਿਆਂ ਨੂੰ ਮਿਲ ਕੇ ਉਹ ਕਹਿੰਦੇ ਵੀ ਦੇਖੋ ਮੁੱਖ ਮੰਤਰੀ ਪੰਜਾਬ ਆਏ, ਕੇਰਾਂ ਤੁਸੀਂ ਮਿਲ ਲਓ ਜ਼ਰੂਰ। ਤੇ ਫਿਰ ਉੱਥੇ ਸੈਟਲ ਹੋਈ। ਉੱਥੇ ਫਿਰ ਉਹ ਲਾ ਕੇ ਆਇਆ, ਇਕੱਲੇ ਆਏ ਸਿੰਪਲ ਆ ਕੇ। ਸਿਕਿਉਰਿਟੀ ਉਹਦੀ ਜਿਹੜੀ ਨਾਲ ਵਾਲੀ ਸੀ ਉਹ ਹੈਗੀ ਸੀ, ਤੇ ਉੱਥੇ ਹੋਰ ਬੰਦਾ ਕੋਈ ਬਣਨਾ ਨਹੀਂ ਦਿੱਤਾ। ਉੱਥੇ ਲੋਕਾਂ ਨੇ ਇਹ ਵੀ ਸਵਾਲ ਕੀਤੇ ਸੀਗੇ ਭਗਵੰਤ ਮਾਨ ਜੀ ਨੂੰ ਵੀ ਤੁਸੀਂ ਆਪਦੀ ਮਾਤਾ ਜੀ ਦੇ ਨਾਲ ਸਿਕਿਉਰਿਟੀ ਇੰਨੀ ਲਾ ਰੱਖੀ ਹੈ, ਆਪਦੀ ਭੈਣ ਦੇ ਨਾਲ ਇੰਨੀ ਸਿਕਿਉਰਿਟੀ ਲਾ ਰੱਖੀ ਹੈ, ਜੇ ਤੁਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨਾ ਵਾਪਸ ਲੈਂਦੇ ਤਾਂ ਇਹ ਅੱਜ ਸਾਡੇ ਦੇ ਵਿੱਚੋਂ ਨਹੀਂ ਜਾਂਦਾ ਸੀਗਾ। ਕਿਤੇ ਨਾ ਕਿਤੇ ਸੁਰੱਖਿਆ 'ਚ ਇੱਕ ਵੱਡੀ ਕਹਿ ਲਓ ਤੁਸੀਂ ਕਮੀ ਜਿਹੜੀ ਕਰਤੀ ਸੀ, ਉਹ ਜਾਨ ਦਾ ਕਤਲ ਹੋਣ ਦਾ ਵੱਡਾ ਕਾਰਨ ਹੈ। ਬਿਲਕੁਲ ਜੀ, ਬਹੁਤ ਵੱਡਾ ਕਾਰਨ ਹੈ। ਜਦੋਂ ਇੱਕ ਸਿਕਿਉਰਿਟੀ ਵਾਪਸ ਲੈ ਕੇ ਉਹਨੂੰ ਜਨਤਕ ਕਰਤਾ ਜੀ ਵੀ ਇਹਨਾਂ ਦੀ ਸਿਕਿਉਰਿਟੀਆਂ ਅਸੀਂ ਵਾਪਸ ਲੈ ਲਈਆਂ, ਉਹ ਤਾਂ ਫਿਰ ਉਹਨਾਂ ਨੂੰ ਦੱਸਤਾ ਗੈਂਗਸਟਰਾਂ ਨੂੰ
ਵੀ ਹੁਣ ਕੰਮ ਖੁੱਲ੍ਹ ਰਸਤਾ ਖੁੱਲ੍ਹਾ ਵੀ ਹੁਣ ਰਸਤਾ ਖੁੱਲ੍ਹਾ ਜੀ। ਔਰ ਵੱਡੀ ਗੱਲ ਕਿ ਕਹਿੰਦੇ ਇਹਨਾਂ ਕੋਲ ਜਿਹੜੀ ਦਿੱਲੀ ਦੀ ਇੰਟੈਲੀਜੈਂਸ ਦੀ ਰਿਪੋਰਟ ਵੀ ਆ ਗਈ ਸੀ ਵੀ ਇਹਨੂੰ ਸੁਰੱਖਿਆ ਮੁਹੱਈਆ ਕਰਾਓ, ਇਹਦੀ ਜਾਨ ਨੂੰ ਖਤਰਾ ਹੈਗਾ। ਬਿਲਕੁਲ, ਇਹਦੇ ਪਿਤਾ ਜੀ ਨੇ ਪਹਿਲਾਂ ਜੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ, ਫਿਰ ਐਸਐਸਪੀ ਸਾਹਿਬ ਨੂੰ ਮਿਲੇ ਹੈ ਵੀ ਇੱਥੇ ਇੱਕ ਗੱਡੀ ਘੁੰਮਦੀ ਫਿਰਦੀ ਹੈ ਪਿੰਡ 'ਚ, ਰੋਜ਼ ਉਹ ਗੱਡੀ ਘੁੰਮਦੀ ਸੀ, ਸ਼ੱਕੀ ਗੱਡੀ ਸੀ। ਸ਼ੱਕੀ ਗੱਡੀ ਸੀ ਜੀ। ਤੇ ਫਿਰ ਪੁਲਿਸ ਨੇ ਉਦੋਂ ਕਹਿੰਦਾ ਜੀ ਮਤਲਬ ਨਾਕਾਬੰਦੀ ਕਰਕੇ ਇਹ ਜਿਹੀਆਂ ਗੱਡੀਆਂ ਚੈੱਕ ਕੀਤੀਆਂ ਜੀ। ਅੱਛਾ, ਬਲਕੌਰ ਸਿੰਘ ਹੁਣੀ ਤੇ ਚਰਨ ਕੌਰ ਸਿੱਧੂ ਹੁਣੀ ਅਮਿਤ ਸ਼ਾਹ ਨੂੰ ਮਿਲਣ ਚੰਡੀਗੜ੍ਹ ਚਲੇ ਗਏ, ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਉਹ ਪਰਿਵਾਰ ਨੂੰ ਬੁਲਾਇਆ ਗਿਆ ਹੋਊਗਾ ਤੇ ਉੱਥੇ ਗਏ ਨੇ, ਇਹਦੇ ਬਾਰੇ ਤਾਂ ਆਪਾਂ ਨੂੰ ਇਲਮ ਨਹੀਂ ਹੈਗਾ, ਕਹਿ ਨਹੀਂ ਸਕਦੇ ਕੁਝ। ਮਤਲਬ ਇੱਥੋਂ ਇਹ ਲੱਗਦਾ ਕਿ ਇਹਨਾਂ ਨੂੰ ਪੰਜਾਬ ਸਰਕਾਰ ਤੋਂ ਇਨਸਾਫ ਦੀ ਆਸ ਨਹੀਂ, ਤਾਂ ਹੀ ਕੇਂਦਰ ਸਰਕਾਰ ਕੋਲ ਗਏ ਨੇ, ਗ੍ਰਹਿ ਮੰਤਰੀ ਕੋਲ ਗਏ ਨੇ ਭਾਰਤ ਦੇ। ਹਾਂ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ। ਸਰਕਾਰ ਤੋਂ ਤਾਂ ਜੀ ਇੱਥੋਂ ਉਮੀਦ ਹੈ ਹੀ ਨਹੀਂ, ਤੇ ਹੋ ਸਕਦਾ ਇਹਨਾਂ ਨੇ ਆਖਿਆ ਵੀ ਆਪਾਂ ਨੂੰ ਅਮਿਤ ਸ਼ਾਹ ਨੂੰ ਆਪਾਂ ਮਿਲੀਏ, ਕੀ ਆਪਾਂ ਨੂੰ ਉੱਥੋਂ ਕੁਝ ਇਨਸਾਫ ਮਿਲ ਜੀ। ਤੇ ਸਰਕਾਰ ਤਾਂ ਨਹੀਂ ਕੁਝ ਕਰਦੀ। ਮੇਰਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ, ਮੌਕੇ ਤੇ ਪਹੁੰਚੇ ਉੱਥੇ, ਮੈਂ ਕਿਹਾ ਜੇ ਤੁਸੀਂ ਨਾਕਾਬੰਦੀ ਕਰਾ ਦਿੰਦੇ ਤਾਂ ਇਹ ਬਾਹਲੀ ਦੂਰ ਤੱਕ ਨਹੀਂ ਜਾਂਦੇ ਸੀ, ਫੜੇ ਜਾਂਦੇ ਬੰਦੇ। ਫਿਰ ਦੇਖੋ, ਪੰਜਾਬ ਦੀ ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਆ ਜੀ। ਜੇ ਉੱਥੇ ਜਿਹੜਾ ਟਾਵਰ ਹੈ ਉਹਦੇ ਟਾਵਰ ਦੇ ਉੱਤੇ ਇਹ ਲੋਕੇਸ਼ਨ ਲਾ ਦੇਣਾ, ਜਿਹੜੇ ਬਾਹਰਲੇ ਬੰਦਿਆਂ ਦੇ ਫੋਨ ਆਉਂਦੇ ਨੇ ਉਹ ਨਾਲ ਦੇ ਟਰੇਸ ਹੋ ਜਾਂਦੇ ਜੀ। ਉਹ ਹੁਣ ਕੀਤੀ ਹੈ ਜੀ ਇਹਨਾਂ ਨੇ। ਜੀ ਬਿਲਕੁਲ। ਅੱਛਾ, ਕੀ ਲੱਗਦਾ ਹੁਣ ਸਿੱਧੂ ਦਾ ਜਦੋਂ ਭੋਗ ਪੈ ਜਾਏਗਾ ਉਸ ਤੋਂ ਬਾਅਦ ਉਹਦੀ ਸੋਚ ਦਾ ਦੀਵਾ ਕੌਣ ਜਗਾਏਗਾ ਇੱਥੇ? ਦੇਖੋ, ਜਿਹੜੇ ਸਿੱਧੂ ਸਾਹਿਬ ਦੇ ਪਿਤਾ ਜੀ ਨੇ ਉਹ ਫੌਜ ਦੇ ਵਿੱਚ ਵੀ ਬਹੁਤ ਵਧੀਆ ਉਹਦੀ ਤਰੱਕੀਆਂ ਕੀਤੀਆਂ ਹੋਈਆਂ, ਸੇਵਾ ਕੀਤੀ ਹੈ। ਉਮਰ ਵੀ ਉਹਨਾਂ ਦੀ ਕੋਈ ਬਾਹਲੀ ਉਹ ਨਹੀਂ, ਠੀਕ ਨੇ, ਪਰ ਉਹ ਕੌਮ ਨਾਲ ਖੜਨਗੇ, ਕੰਮ ਕਰਨਗੇ। ਪਰ ਅੱਜ ਉਹਦੇ ਚਾਚੇ ਨਾਲ ਗੱਲ ਹੋਈ ਚਮਕੌਰ ਸਿੰਘ ਜੀ ਨਾਲ, ਉਹ ਵੀ ਵਧੀਆ ਇਨਸਾਨ ਨੇ, ਉਹਨਾਂ ਨੇ ਸਰਕਾਰੀ ਨੌਕਰੀ ਕੀਤੀ ਹੈ ਮਾਰਕੀਟ ਕਮੇਟੀ 'ਚ, ਉਹ ਵੀ ਠੀਕ ਨੇ, ਪਰ ਪਰਿਵਾਰ ਦੇ ਉੱਤੇ ਬਹੁਤ ਵੱਡਾ ਲਾਸ ਹੋਇਆ। ਦੁੱਖ ਤਾਂ ਸਾਰੀ ਉਮਰ ਨਹੀਂ ਜਿਹੜਾ ਹੈ ਕੋਈ ਘਟਣਾ। ਬਿਲਕੁਲ ਜੀ, ਪਰਿਵਾਰ ਨੇ ਤਾਂ ਕੀ ਭੁੱਲਣਾ ਜੀ, ਇਲਾਕਾ ਨਹੀਂ ਭੁੱਲਦਾ। ਪੀ ਲਓ। ਸੋ ਸਾਰੇ ਘਟਨਾਕ੍ਰਮ ਨੂੰ ਦੇਖ ਕੇ ਦਿਲ ਤੁਹਾਡਾ ਵੀ ਭਰ ਆਉਂਦਾ? ਬਿਲਕੁਲ ਹੀ, ਹਰੇਕ ਬੱਚੇ ਦੇ ਮਨ 'ਚ ਦੁੱਖ ਹੈ ਜੀ, ਮਰ ਭਰਿਆ ਆਉਂਦਾ ਵੀ ਹੋਇਆ ਕੀ? ਬਿਲਕੁਲ 1 ਮਿੰਟਾਂ 'ਚ ਹੀ ਬੰਦੇ ਨੂੰ ਮਾਰ ਦੇਣਾ ਜੀ, ਕੋਈ ਕਸੂਰ ਨਹੀਂ, ਕੋਈ ਵਜ੍ਹਾ ਨਹੀਂ, ਕੋਈ ਗੁਨਾਹ ਨਹੀਂ, ਕੋਈ ਗੁਨਾਹ ਨਹੀਂ। ਇੱਕ ਮਾਂ ਦਾ ਇਕਲੌਤਾ ਪੁੱਤਰ ਮਾਰਤਾ, ਤੇ ਬਾਅਦ 'ਚ ਪਿੰਡ ਨੂੰ, ਇਲਾਕੇ ਨੂੰ ਬਾਅਦ 'ਚ ਪਤਾ ਲੱਗਦਾ ਵੀ ਵੱਡੀ ਕੁਰਬਾਨੀ ਹੈ। ਮਤਲਬ ਉਹ ਕਹਿ ਲਓ ਵੀ ਮੁਸਲਮਾਨ ਕੰਟਰੀਆਂ ਵਾਲਾ ਬਣਦੇ ਜਾ ਰਹੇ ਹਾਲਾਤ, ਅਰਬ ਕੰਟਰੀਆਂ ਵਾਲੇ। ਬਿਲਕੁਲ ਜੀ, ਥਾਂ ਥਾਂ ਤੇ ਵਿਰੋਧ ਹੋ ਰਿਹਾ, ਬਹੁਤ ਧੱਕਾ ਹੋਇਆ, ਮਾੜਾ ਹੋਇਆ। ਇਦਾਂ ਨਹੀਂ ਕਰਨਾ ਚਾਹੀਦਾ ਸੀ। ਜੇ ਉਹਨਾਂ ਨੂੰ ਕੋਈ ਗੱਲ ਸੀ ਬਹਿ ਕੇ ਕਰ ਲੈਂਦੇ, ਕੋਈ ਦੁੱਖ ਸੀ ਬਹਿ ਕੇ ਕਰ ਲੈਂਦੇ, ਕੋਈ ਫਰੌਤੀ ਲੈਣੀ ਸੀ ਮੰਗ ਲੈਂਦੇ। ਇਹਦੇ ਕੋਲ ਕਿਹੜਾ ਘਾਟ ਸੀ? ਕੋਈ ਘਾਟ ਨਹੀਂ ਸੀ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਜਵਾਕ ਨੇ ਤਰੱਕੀਆਂ ਕੀਤੀਆਂ ਸੀ, ਪਰ ਐਡਾ ਧੱਕਾ ਕਰਨਾ, ਇੱਕ ਨੌਜਵਾਨ ਇਨਸਾਨ ਨੂੰ ਇਨਸਾਨ ਨੂੰ ਤਾਂ ਕੋਈ ਵੀ ਮਾਰਨਾ ਸਾਰਾ ਮਾੜਾ ਹੈ, ਪਰ ਲੇਕਿਨ ਇਕਲੌਤਾ ਪੁੱਤਰ ਜਿਹਨੇ ਬੁਲੰਦੀਆਂ ਕੀਤੀਆਂ, ਜਿਹਨੇ ਇਲਾਕੇ ਦਾ ਨਾਂ ਰੋਸ਼ਨ ਕੀਤਾ, ਜ਼ਿਲ੍ਹਾ ਮਾਨਸਾ ਦਾ ਨਾਂ ਰੋਸ਼ਨ ਕੀਤਾ, ਆਲ ਇੰਡੀਆ ਦਾ ਨਾਂ ਰੋਸ਼ਨ ਕੀਤਾ, ਸਿੱਧੂ ਮੂਸੇਵਾਲਾ, ਪਹਿਲਾਂ ਉਹਨੇ ਮੂਸਾ ਪਿੰਡ ਮਸ਼ਹੂਰ ਰੱਖਿਆ, ਉਹਨੇ ਆਪਦਾ ਨਾਂ ਦਾ, ਉਹਨੂੰ ਸਾਨੂੰ ਹੁਣ ਪਤਾ ਲੱਗਿਆ ਵੀ ਨਾਂ ਸ਼ੁਭਦੀਪ ਹੈ, ਉਹਦਾ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਜਿਹਦੇ ਮਰਜੀ ਮੂੰਹ ਤੋਂ ਪੁੱਛ ਲਓ, ਸਿੱਧੂ ਮੂਸੇਵਾਲਾ ਜੀ। ਸੋ ਸਾਡੇ ਨਾਲ ਚਰਚਾ ਕਰ ਰਹੇ ਸਨ ਰਜਿੰਦਰ ਸਿੰਘ ਜਵਾਹਰ ਕੇ ਤੇ ਪਵਨ ਸਿੰਘ ਹੁਣੀ ਸਾਡੇ ਨਾਲ ਮੌਜੂਦ ਸਨ। ਸੋ ਜਿਹੜੀਆਂ ਗੱਲਾਂ ਉੱਠ ਕੇ ਸਾਹਮਣੇ ਆ ਰਹੀਆਂ ਨੇ, ਬੇਸ਼ੱਕ ਸਿੱਧੂ ਮੂਸੇਵਾਲੇ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਸੀ ਐਮਐਲਏ ਦੀ ਮਾਨਸਾ ਵਿਧਾਨ ਸਭਾ ਹਲਕੇ ਤੋਂ, ਪਰ ਅੰਦਰੋਂ ਜਿਹੜਾ ਦਿਲ ਸੀ ਉਹਨਾਂ ਦਾ, ਮਨ ਸੀਗਾ, ਉਹ ਸਿੱਧੇ ਤੌਰ ਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਜੁੜਿਆ ਹੋਇਆ ਸੀਗਾ, ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ। ਹੁਣ ਰਜਿੰਦਰ ਸਿੰਘ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨੇ ਆਪਣੇ ਮੋਢੇ ਤੇ ਬਕਾਇਦਾ ਇਹ ਟੈਟੂ ਬਣਾਇਆ ਹੋਇਆ ਸੀਗਾ, ਤੇ ਕਹਿੰਦੇ ਸੀ ਜੇ ਪੰਜਾਬ 'ਚ ਕੋਈ ਲੀਡਰ ਹੈ ਤਾਂ ਸਿਮਰਨਜੀਤ ਮਾਨ ਹੈ, ਤੇ ਮਾਨ ਵੀ ਇਸ ਚੀਜ਼ ਦਾ ਅਫਸੋਸ ਕਰ ਰਹੇ ਨੇ ਕਿ ਜਦੋਂ ਪਿਓ ਘਰ ਆਇਆ
ਤਾਂ ਪੁੱਤ ਚਲਾ ਗਿਆ। ਸਿਆਸੀ ਸਮੀਕਰਨ ਜਿਹੜੇ ਹੈ ਕਿੱਦਾਂ ਬਣਦੇ? ਇੱਕ ਹੋਰ ਸਵਾਲ ਮੇਰੇ ਮਨ 'ਚ ਆ ਗਿਆ, ਆਖਰੀ ਸਵਾਲ ਤੁਹਾਡੇ ਨਾਲ ਕਰਨਾ ਚਾਹਾਂਗੇ। ਸੰਗਰੂਰ ਲੋਕ ਸਭਾ ਜਿਮਨੀ ਚੋਣ ਆ ਗਈ ਹੈ, ਕੋਈ ਲੋਕ ਫਤਵਾ ਦੇਣਗੇ ਹੁਣ? ਬਿਲਕੁਲ ਨਾ ਕਿਉਂ ਜੀ। ਪਹਿਲਾਂ ਤਾਂ ਕਹਿੰਦੇ ਵੀ ਅਸੀਂ ਜਿਤਾ ਦਿੰਦੇ ਸਿੱਧੂ ਨੂੰ, ਤਾਂ ਇਹ ਸ਼ਾਇਦ ਦਿਨ ਨਾ ਦੇਖਣਾ ਪੈਂਦਾ। ਹੁਣ ਜੋ ਉਹਨਾਂ ਦੀ ਸੋਚ ਹੈ ਉਹ ਦਿਖੂਗੀ ਤੁਹਾਨੂੰ ਸ਼ਾਇਦ। ਬਿਲਕੁਲ ਜੀ, ਸਿੱਧੂ ਦੀ ਸੋਚ ਵਾਲੇ ਸਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਲੱਗਣਗੇ ਜੀ। ਮਾਨ ਸਾਹਿਬ ਇੱਕ ਵੱਡੀ ਲੀਡ ਨਾਲ ਜਿੱਤਣਗੇ। ਨੌਜਵਾਨਾਂ ਦੇ ਵਿੱਚ ਬਿਲਕੁਲ ਥੋੜੇ ਟਾਈਮ 'ਚ ਹੀ ਸਰਕਾਰ ਤੋਂ ਮੋਹ ਭੰਗ ਹੋ ਗਿਆ। ਲੋਕ ਸਿੱਧੀਆਂ ਸ਼ਰੇਆਮ ਗਾਲਾਂ ਦੇ ਰਹੇ ਸੀ, ਸਿੱਧਾ ਆਮ ਪਾਰਟੀ ਨੂੰ ਕਹਿ ਰਹੇ ਸੀ ਸਾਡਾ ਸਿੱਧੂ ਮੂਸੇਵਾਲੇ ਦੇ ਜ਼ਿੰਮੇਵਾਰ ਤੁਸੀਂ ਹੋ। ਇਹਦੇ ਵਿੱਚ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ, ਬਠਿੰਡਾ ਜ਼ਿਲ੍ਹਾ, ਬਰਨਾਲਾ ਜ਼ਿਲ੍ਹਾ, ਸੰਗਰੂਰ ਜ਼ਿਲ੍ਹਾ, ਲੋਕ ਸਭਾ ਹਲਕਾ ਸਾਰਾ ਜਿਹੜਾ। ਹਾਂਜੀ ਸਾਰਾ, ਹਾਂ ਬਿਲਕੁਲ ਸਾਰਿਆਂ ਨੇ ਆਪਣੇ ਆਪਣੇ ਏਰੀਏ ਸਾਂਭ ਲਏ ਤੇ ਇੱਕ ਸੋਚ ਤੇ ਵੋਟ ਪਾਉਣਗੇ। ਸੰਤ ਭਿੰਡਰਾਂ ਵਾਲਿਆਂ ਦੇ ਨਾਂ ਦੀ ਸੋਚ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਦੇਣਗੇ। ਸੋ ਇੱਦਾਂ ਦਾ ਨਿਜ਼ਾਮ ਜਿਹੜਾ ਹੈਗਾ ਹੁਣ ਦਾਅਵਾ ਕੀਤਾ ਜਾ ਰਿਹਾ ਬਦਲੇਗਾ, ਕਿਉਂਕਿ ਪਛਤਾਵਾ ਹੈਗਾ ਲੋਕਾਂ ਨੂੰ। ਮਾਂ ਦਾ ਇਕਲੌਤਾ ਪੁੱਤਰ, ਪਿਓ ਦਾ ਇਕਲੌਤਾ ਪੁੱਤਰ, ਇਕਲੌਤੀ ਸੰਤਾਨ ਮਾਂ-ਬਾਪ ਦੀ ਬਿਨਾਂ ਕਿਸੇ ਕਾਰਨ ਤੋਂ ਦਿਨ ਦਹਾੜੇ ਗੋਲੀਆਂ ਮਾਰ ਕੇ ਛਲਣੀ ਕਰ ਦਿੱਤੀ ਗਈ। ਤੇ ਸਭ ਨੂੰ ਹੁਣ ਅਫਸੋਸ ਹੈ ਕਿ ਅਸੀਂ ਜੇ ਪਹਿਲਾਂ ਸ਼ਾਇਦ ਜਿਤਾਇਆ ਹੁੰਦਾ ਸਿੱਧੂ ਮੂਸੇਵਾਲੇ ਨੂੰ ਤਾਂ ਇਹ ਦਿਨ ਨਾ ਆਉਂਦਾ। ਤੇ ਹੁਣ ਉਸ ਆਪਣੇ ਅਫਸੋਸ ਦੀ, ਜੋ ਉਹਨਾਂ ਤੋਂ ਗਲਤੀ ਹੋ ਗਈ ਸੀ, ਉਹਦੀ ਭਰਪਾਈ ਜਦੋਂ ਹੋਣੀ ਹੈ ਤਾਂ ਨਤੀਜਾ ਕੀ ਆਏਗਾ ਸੰਗਰੂਰ ਲੋਕ ਸਭਾ ਹਲਕੇ ਦਾ, ਉਥੋਂ ਸਭ ਸਾਫ਼ ਹੋ ਜਾਏਗਾ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਮਾਨਸਾ।